ਆਸ਼ਿਕ ਆਸ਼ਿਕ ਹਰ ਕੋਈ ਕਹਿੰਦੇ, ਸਿਰ ਟੇਢੀ ਪਗੜੀ ਤਰ ਕੇ, ਸਿਰ ਤੋਂ ਪਰੇ ਇਸ਼ਕ ਦਾ ਡੇਰਾ, ਸਿਰ ਤੋਂ ਪਰੇ ਇਸ਼ਕ ਦਾ ਡੇਰਾ, ਸਭ ਮੁੜ ਪੈਂਦੀ ਡਰ ਕੇ, ਖੁਦੀ ਔਰਤ ਕਬਰੀ ਕੋਲੋਂ, ਖੁਦੀ ਔਰਤ ਕਬਰੀ ਕੋਲੋਂ, ਕੋਈ ਨ ਰਹਿਆ ਜਰ ਕੇ, ਸਜਣਾ ਦੇ ਉਸ ਮਹਿਲ ਬਿਹਾਰੀ, ਸਜਣਾ ਦੇ ਉਸ ਮਹਿਲ ਬਿਹਾਰੀ, ਜੋ ਪਹੁੰਚਾ ਸੋ ਮਰ ਕੇ ਜੀ, ਸਜਣਾ ਦੇ ਉਸ ਮਹਿਲ ਬਿਹਾਰੀ, ਜੋ ਪਹੁੰਚਾ ਸੋ ਮਰ ਕੇ ਜੀ, ਸਜਣਾ ਦੇ ਉਸ ਮਹਿਲ ਬਿਹਾਰੀ, ਜੋ ਪਹੁੰਚਾ ਸੋ ਮਰ ਕੇ ਜੀ, ਸਜਣਾ ਦੇ ਉਸ ਮਹਿਲ ਬਿਹਾਰੀ, ਸਜਣਾ ਦੇ ਉਸ ਮਹਿਲ ਬਿਹਾਰੀ, ਜੋ ਪਹੁੰਚਾ ਸੋ ਮਰ ਕੇ ਜੀ, ਸਜਣਾ ਦੇ ਉਸ ਮਹਿਲ ਬਿਹਾਰੀ, ਬੋਲਿਆ ਕਰੋ ਵਾਰੀ ਸੇ, ਜੋ ਪਹੁੰਚਾ ਸੋ ਮਰ ਕੇ ਜੀ, ਸਜਣਾ ਦੇ ਉਸ ਮਹਿਲ ਬਿਹਾਰੀ, ਜੋ ਪਹੁੰਚਾ ਸੋ ਮਰ ਕੇ ਜੀ, ਸਜਣਾ ਦੇ ਉਸ ਮਹਿਲ ਬਿਹਾਰੀ, ਜੋ ਪਹੁੰਚਾ ਸੋ ਮਰ ਕੇ ਜੀ, ਸਜਣਾ ਦੇ ਉਸ ਮਹਿਲ ਬਿਹਾਰੀ, ਜੋ ਪਹੁੰਚਾ ਸੋ ਮਰ ਕੇ ਜੀ, ਸਜਣਾ ਦੇ ਉਸ ਮਹਿਲ ਬਿਹਾਰੀ, ਜੋ ਪਹੁੰਚਾ ਸੋ ਮਰ ਕੇ ਜੀ, ਸਜਣਾ ਦੇ ਉਸ ਮਹਿਲ ਬਿਹਾਰੀ, ਜੋ ਪਹੁੰਚਾ ਸੋ ਮਰ ਕੇ ਜੀ, ਸਜਣਾ ਦੇ ਉਸ ਮਹਿਲ ਬਿਹਾਰੀ, ਜੋ ਪਹੁੰਚਾ ਸੋ ਮਰ ਕੇ ਜੀ, ਸਜਣਾ ਦੇ ਉਸ ਮਹਿਲ ਬਿਹਾਰੀ, ਸਜਣਾ ਦੇ ਉਸ ਮਹਿਲ ਬਿਹਾਰੀ, ਸਜਣਾ ਦੇ ਉਸ ਮਹਿਲ ਬਿਹਾਰੀ,
ਸਜਣਾ ਦੇ ਉਸ ਮਹਿਲ ਬਿਹਾਰੀ, ਸਜਣਾ ਦੇ ਉਸ ਮਹਿਲ ਬਿਹਾਰੀ, ਸਜਣਾ ਦੇ ਉਸ ਮਹਿਲ ਬਿਹਾਰੀ, ਸਜਣਾ ਦੇ ਉਸ ਮਹਿਲ ਬਿਹਾਰੀ, ਸਜਣਾ ਦੇ ਉਸ ਮਹਿਲ ਬਿਹਾਰੀ, ਸਜਣਾ ਦੇ ਉਸ ਮਹਿਲ ਬਿਹਾਰੀ, ਸਜਣਾ ਦੇ ਉਸ ਮਹਿਲ ਬਿਹਾਰੀ, ਸਜਣਾ ਦੇ ਉਸ ਮਹਿਲ ਬਿਹਾਰੀ, ਸਜਣਾ ਦੇ ਉਸ ਮਹਿਲ ਬਿਹਾਰੀ, ਸਜਣਾ ਦੇ ਉਸ ਮਹਿਲ, ਸਜਣਾ ਦੇ ਉਸ ਮਹਿਲ ਬਿਹਾਰੀ, 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 ਸਜਣਾ ਦੇ ਉਸ ਮਹਿਲ ਬਿਹਾਰੀ। ਜੋ ਕੋਈ ਪਹੁੰਚਾ ਮਰ ਮਰ ਪਹੁੰਚਾ, ਜੋ ਕੋਈ ਪਹੁੰਚਾ ਮਰ ਮਰ ਪਹੁੰਚਾ, ਜੋ ਜੋ ਪਹੁੰਚਾ ਮਰ ਮਰ ਪਹੁੰਚਾ, ਜੋ ਕੋਈ ਪਹੁੰਚਾ ਮਰ ਮਰ ਪਹੁੰਚਾ, ਜੋ ਕੋਈ ਪਹੁੰਚਾ ਮਰ ਮਰ ਪਹੁੰਚਾ, ਜੋ ਕੋਈ, ਜੋ ਕੋਈ ਪਹੁੰਚਾ ਮਰ ਮਰ ਪਹੁੰਚਾ, 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 ਜੋ ਕੋਈ ਪਹੁੰਚਾ। ਸਜਣਾ ਦੇ ਉਸ ਮਹਿਲ ਬਿਹਾਰੀ, 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 ਸਜਣਾ ਦੇ ਉਸ ਮਹਿਲ ਬਿਹਾਰੀ। ਜੋ ਪਹੁੰਚਾ ਸੋ ਮਰ ਕੇ ਜੀ, ਸਜਣਾ ਦੇ ਉਸ ਮਹਿਲ ਬਿਹਾਰੀ, ਜੋ ਪਹੁੰਚਾ ਸੋ ਮਰ ਕੇ ਜੀ, ਸਜਣਾ ਦੇ ਉਸ ਮਹਿਲ ਬਿਹਾਰੀ, ਜੋ ਪਹੁੰਚਾ ਸੋ ਮਰ ਕੇ ਜੀ, ਸਜਣਾ ਦੇ ਉਸ ਮਹਿਲ ਬਿਹਾਰੀ, ਜੋ ਸਜਣਾ ਦੇ ਉਸ ਮਹਿਲ ਬਿਹਾਰੀ, ਜੋ ਪਹੁੰਚਾ ਸੋ ਮਰ ਕੇ ਜੀ, ਸਜਣਾ ਦੇ ਉਸ ਮਹਿਲ ਬਿਹਾਰੀ, ਜੋ ਪਹੁੰਚਾ ਸੋ ਮਰ ਕੇ ਜੀ, ਸਜਣਾ ਦੇ ਉਸ ਮਹਿਲ ਬਿਹਾਰੀ। ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਕੁਦਰਤੀ ਕ੍ਰਿਸ਼ਮਾ, ਇਲਾਹੀ ਜੋਤ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਸਜਿਆ ਹੈ। ਨਿੱਕੀਆਂ ਜਿੰਦਾਂ ਵੱਡੇ ਸਾਕੇ, ਆਪਨੇ ਮਹਾਂਪੁਰਸ਼ਾਂ ਤੋਂ, ਸੰਤ ਬਾਬਾ ਗੁਰਚਰਨ ਸਿੰਘ ਜੀ ਤੋਂ ਕਿੰਨੇ ਪਿਆਰ ਦੇ ਔਰ ਅੰਮ੍ਰਿਤਮਈ ਪ੍ਰਵਚਨ ਸਰਵਣ ਕੀਤੇ ਨੇ। ਆਪਣੀ ਸੁਰਤ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਨ ਦਾ ਯਤਨ ਕਰੀਏ। ਕਈ ਵਾਰ ਸਾਡਾ ਸਰੀਰ ਤਾਂ ਸਤਸੰਗ ਦੇ ਅੰਦਰ ਆਉਂਦਾ ਹੈ, ਪਰ ਸਾਡਾ ਜਿਹੜਾ ਮਨ ਹੈ ਇਹ ਸੰਸਾਰ ਦਾ ਚਿੰਤਨ ਕਰਦਾ ਰਹਿੰਦਾ, ਸੰਸਾਰ ਦਾ ਚਿੰਤਨ ਕਰਨੋਂ ਨਹੀਂ ਹਟਦਾ। ਇੱਥੇ ਬੈਠਿਆਂ ਨੂੰ ਕਦੇ ਸਾਨੂੰ ਘਰ ਦਾ ਖਿਆਲ ਆਉਂਦਾ ਹੈ, ਕਦੇ ਸਾਨੂੰ ਕਾਰੋਬਾਰ ਦਾ ਖਿਆਲ ਆਉਂਦਾ ਹੈ, ਕਦੇ ਖੇਤੀ ਪੱਤੀ ਦਾ ਖਿਆਲ ਆਉਂਦਾ ਹੈ, ਕਦੇ ਦੋਸਤਾਂ ਮਿੱਤਰਾਂ ਨੂੰ ਯਾਦ ਕਰਦੇ ਹਾਂ। ਪਰ ਅਗਰ ਇੱਥੇ ਆ ਕੇ ਵੀ ਸਾਡੇ ਗੁਰੂ ਯਾਦ ਨਹੀਂ ਆਉਂਦਾ, ਫਿਰ ਕਿੱਥੇ ਜਾ ਕੇ ਆਵੇਗਾ? ਕਿਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਰੂਪ ਸਾਡੇ ਨੇਤਰਾਂ ਦੇ ਅੰਦਰ ਵਸ ਜੇ। ਇਸੇ ਵਾਸਤੇ ਅਸੀਂ ਸੇਵਾ ਕਰਦੇ ਹਾਂ।
ਇਸੇ ਵਾਸਤੇ ਅਸੀਂ ਸਿਮਰਨ ਕਰਦੇ ਹਾਂ, ਇਸੇ ਵਾਸਤੇ ਅਸੀਂ ਲੰਗਰ ਚਲਾਉਂਦੇ ਹਾਂ। ਜਿਨ੍ਹਾਂ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਰੂਪ ਵਸ ਗਿਆ, ਉਹਨਾਂ ਦੀ ਮੰਜ਼ਿਲ ਕੈਸੀ ਹੋਗੀ। ਗੋਇਆ ਨੰਦ ਲਾਲ ਜੀ ਪ੍ਰਵਚਨ ਕਰਦੇ ਨੇ, ਇੱਕ ਦਿਨ ਮਹਿੰਡੇ ਸਤਿਗੁਰ ਪਾਸੋਂ ਮੈਂ ਪ੍ਰੇਮ ਸਰਾਹੀ ਪੀਤੀ, ਭਾਗ ਅਸਾਡੇ ਲਿਖੀ ਫਕੀਰੀ, ਸੋ ਮਸਤਕ ਥਰ ਲੀਤੀ, ਪਿਛਲਾ ਜਨਮ ਅਕਾਰਥ ਖੋਇਆ, ਹਰ ਕੀ ਭਗਤ ਨ ਕੀਤੀ, ਅੱਗੇ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ। ਜੋ ਦਾਸ ਨੇ ਪਹਿਲਾਂ ਅਲੰਕਾਰ 'ਚ ਪੰਕਤੀਆਂ ਪੜ੍ਹੀਆਂ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ 52 ਕਵੀ ਸੀ, 52। ਉਹਨਾਂ ਦੇ ਅੰਦਰੋਂ ਗੋਇਆ ਦਾ ਦਰਜਾ ਭਾਈ ਨੰਦ ਲਾਲ ਜੀ ਨੂੰ ਮਿਲਿਆ। ਇਹ ਪੰਕਤੀਆਂ ਬਿਹਾਰੀ ਕਵੀ ਜੀ ਦੀਆਂ ਸੀਗੀਆਂ। ਕੀ ਕਹਿੰਦੇ ਬਿਹਾਰੀ ਜੀ? ਕਹਿੰਦੇ ਇੱਥੇ ਹਰ ਕੋਈ ਕਹਿੰਦਾ ਮੈਂ ਰੱਬ ਦਾ ਆਸ਼ਿਕ ਹਾਂ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਸ਼ਿਕ ਹਾਂ। ਕਹਿੰਦੇ ਆਸ਼ਿਕ ਆਸ਼ਿਕ ਹਰ ਕੋਈ ਕਹਿੰਦਾ, ਸਿਰ ਟੇਢੀ ਪਗੜੀ ਧਰ ਕੇ ਹੂ, ਕਹਿੰਦੇ ਪਰ ਸਿਰ ਤੋਂ ਪਰੇ ਇਸ਼ਕ ਦਾ ਡੇਰਾ ਸਭ ਮੁੜ ਪੈਂਦੀ ਡਰ ਕੇ। ਖੁਦੀ ਔਰ ਤਕਬਰੀ ਕੋਲੋਂ ਕੋਈ ਨਾ ਰਹਿਆ ਜਰ ਕੇ ਹੂ, ਸੱਜਣਾ ਦੇ ਉਸ ਮਹਿਲ ਬਿਹਾਰੀ ਜੋ ਪਹੁੰਚਾ ਸੋ ਮਰ ਕੇ। ਜਿਹਨੂੰ ਵੀ ਦੀਦਾਰ ਹੋਇਆ, ਜਿਹਦੀ ਵੀ ਸੁਰਤ ਸੱਚਖੰਡ ਦੇ ਅੰਦਰ ਗਈ ਹੈ, ਮਰਨਾ ਕੀ ਕੋਈ ਖੁਦਕੁਸ਼ੀ ਥੋੜੀ ਕਰ ਲੈਣੀ ਹੈ। ਆਪਣੀਆਂ ਇੱਛਾਵਾਂ ਨੂੰ ਮਾਰਨਾ, ਇੱਛਾਵਾਂ ਨੂੰ। ਜਾਂ ਤਾਂ ਇਨਸਾਨ ਦੀ ਇੱਛਾ ਪੂਰੀ ਹੋ ਜਾਏ ਤਾਂ ਇਹਦੇ ਮਨ ਨੂੰ ਟਿਕਾ ਆਉਂਦਾ, ਜਾਂ ਇੱਛਾ ਦਾ ਨਾਸ਼ ਹੋ ਜਾਏ। ਇਨਸਾਨ ਦੋ ਤਰੀਕੇ ਸਿਰ ਸੁਖੀ ਰਹਿੰਦਾ। ਇਹ ਕਹਿੰਦਾ ਜੋ ਮੈਂ ਚਾਹਾਂ ਉਹੀ ਹੋ ਜੇ, ਉਹ ਹੁੰਦਾ ਨਹੀਂ। ਇਹ ਤਾਂ ਬਹੁਤ ਕੁਝ ਚਾਹੁੰਦਾ ਹੈ। ਇਹਦੀਆਂ ਤਾਂ ਇੱਛਾਵਾਂ ਦਾ ਹੀ ਅੰਤ ਨਹੀਂ, ਆਸਾਂ ਪਰਬਤ ਜਿੱਡੀਆਂ, ਮੌਤ ਤਲਾਵਾਂ ਹੇਠ। ਪਰ ਦੂਜੀ ਗੱਲ ਹੈ ਜਿਹੜੀ ਪਾਤਸ਼ਾਹ ਕਹਿੰਦੇ ਤੂੰ ਉਹਦੇ ਪਾਣੇ ਚ ਆ ਜਾ। ਮਹਾਰਾਜ ਨੇ ਸਾਨੂੰ ਪਾਣਾ ਮੰਨਣਾ ਸਿਖਾਇਆ। ਤੂੰ ਬੜੇ ਪ੍ਰੇਮ ਦੇ ਨਾਲ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਬਾਲੀ ਦੋ ਜਹਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਗਤਾਂ ਨੂੰ ਸਦ ਉਪਦੇਸ਼ ਕਰ ਰਹੇ ਨੇ। ਕਿਉਂਕਿ ਸਤਿਗੁਰੂ ਦਾ ਜਿਹੜਾ ਕਰਮ ਹੈ, ਗੁਰੂ ਚਾਹੁੰਦਾ ਜਿਸ ਦੇਸ਼ ਦਾ ਮੈਂ ਵਾਸੀ ਹਾਂ, ਮੇਰਾ ਸਿੱਖ ਵੀ ਉਸੇ ਦੇਸ਼ ਦਾ ਵਾਸੀ ਹੋ ਜਾਏ। ਗੁਰੂ ਕਿੱਥੇ ਦਾ ਵਾਸੀ ਹੈ? ਗੁਰੂ ਵਾਸੀ ਹੈ ਸੱਚਖੰਡ ਵਸੈ, ਨਿਰੰਕਾਰ ਕਰ ਕਰ ਵੇਖੋ ਨਦਰ ਨਿਹਾਲ। ਸੱਚਖੰਡ ਕਿੰਨੇ ਖੰਡ ਨੇ? ਕਰਮ ਖੰਡ, ਧਰਮ ਖੰਡ, ਸਰਮ ਖੰਡ, ਗਿਆਨ ਖੰਡ। ਫਿਰ ਕਿਤੇ ਜਾ ਕੇ ਉਹਦੀ ਵਾਰੀ ਆਉਂਦੀ ਹੈ। ਸੱਜਣੋ, ਇਸ ਸੰਸਾਰ ਤੇ ਅਸੀਂ ਸਦਾ ਨਹੀਂ ਬੈਠੇ ਰਹਿਣਾ। ਪਿਛਲੇ ਸਾਲ ਕਿੰਨੇ ਪ੍ਰੇਮੀ ਸੀ ਇਹ ਲੰਗਰ 'ਚ, ਜਿਹੜੇ ਐਤਕੀ ਨਹੀਂ ਹੈਗੇ। ਗਾਹਾਂ ਨੂੰ ਪਤਾ ਨਹੀਂ ਕਿਹਨੇ ਨਹੀਂ ਹੋਣਾ। ਇਹ ਕੋਈ ਕਿਸੇ ਦਾ ਭਰੋਸਾ ਨਹੀਂ ਹੈ। ਇਥੋਂ ਸੰਸਾਰ ਤੋਂ ਖੱਟਣ ਵਾਲੀਆਂ ਵਸਤੂਆਂ ਹੀ ਦੋ ਨੇ, ਇੱਕ ਸੇਵਾ ਤੇ ਇੱਕ ਸਿਮਰਨ ਹੈ। ਆਪ ਨਾਨਕਸਰ ਮਹਾਂਪੁਰਸ਼ਾਂ ਦੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਾਵਨ ਸਥਾਨ ਤੇ ਜਾਂਦੇ ਹੋ। ਤੀਜੀ ਗੱਲ ਨਹੀਂ ਕੋਈ ਸੇਵਾ ਤੇ ਸਿਮਰਨ ਤੋਂ ਬਿਨਾਂ। ਉੱਥੇ ਮਹਾਂਪੁਰਸ਼ਾਂ ਨੇ ਸਾਰੀ ਜ਼ਿੰਦਗੀ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਪੂਰਨੇ ਪਾ ਕੇ ਦਿਖਾਇਆ। ਪੁੱਛੋ ਬਾਬਾ ਜੀ ਦੀ ਵਰਸੀ ਮੈਂ ਪਰਸੋਂ ਹੀ ਹਾਜ਼ਰੀ ਭਰ ਕੇ ਆਇਆ ਸੀ। ਹੈਰਾਨ ਹੋ ਜਾਈਦਾ, ਕਿਧਰੋਂ ਪਦਾਰਥ ਆ ਰਿਹਾ, ਕਿਧਰ ਨੂੰ ਵਰਤਾਈ ਜਾ ਰਹੇ ਨੇ, ਕੋਈ ਵਸਤਰਾਂ ਦਾ ਅੰਤ ਨਹੀਂ। ਇਹ ਪ੍ਰਤਾਪ ਕਾਹਦਾ ਹੈ? ਪ੍ਰੋਗਰਾਮ ਤਾਂ ਅਸੀਂ ਵੀ ਆਪਣੇ ਘਰਾਂ 'ਚ ਕਰਦੇ ਹਾਂ, ਸਾਨੂੰ ਕਿੰਨਾ ਫਿਕਰ ਪੈ ਜਾਂਦਾ ਹੈ। ਇਹ ਪ੍ਰਤਾਪ ਕਾਹਦਾ ਹੈ? ਮਹਾਂਪੁਰਸ਼ਾਂ ਨੇ ਪਰਮੇਸ਼ਰ ਦਾ ਨਾਮ ਜਪਿਆ। ਜਿਨ੍ਹਾਂ ਨੇ ਸੱਜਣੋਂ ਬੰਦਗੀ ਕੀਤੀ ਹੈ ਨਾ, ਫਿਰ ਤਿਚਰ ਮੋਲ ਨਾ ਥੋੜੀ ਦੋ।
ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ, ਬਾਬਾ ਨਾਨਕਾ ਖਾਏ ਖਰਚ ਧਨ ਮਾਨ। ਆਪ ਬਹੁਤ ਨਾਮ ਜਪਣ ਵਾਲੇ ਪੁਰਸ਼ ਹੋ, ਪਰ ਫਿਰ ਵੀ ਜਿੰਨਾ ਵੀ ਸਮਾਂ ਮਿਲ ਜੇ ਇਧਰ ਨੂੰ ਲੱਗ ਜੇ ਸੇਵਾ ਤੇ ਸਿਮਰਨ ਦੇ ਅੰਦਰ, ਭਲਾ ਹੀ ਭਲਾ ਹੈ। ਉਹ ਭਲਾ ਹੀ ਭਲਾ ਹੈ ਸਮਾਂ ਜਿਹੜਾ ਸਾਡਾ ਇਧਰ ਨੂੰ ਲੰਘ ਜੇ। ਜਿਨ੍ਹਾਂ ਨੇ ਸੇਵਾ ਕੀਤੀ ਹੈ, ਜਿਨ੍ਹਾਂ ਨੇ ਸਿਮਰਨ ਕੀਤਾ ਹੈ, ਕਰਕੇ ਕੋਈ ਦੇਖ ਲੋ, ਸੇਵਾ ਨੂੰ ਮੇਵਾ ਲੱਗਦਾ ਹੈ। ਉਹਦੇ ਘਰ ਦੇਰ ਜ਼ਰੂਰ ਹੈ, ਅੰਧੇਰ ਨਹੀਂ ਹੈ। ਬਾਹਰ ਬੱਚੇ ਥੋੜਾ ਜਿਹਾ ਰੌਲਾ ਪਾਉਂਦੇ ਨੇ, ਉਹਨਾਂ ਨੂੰ ਟਿਕਾ ਕਰੋ, ਕਿਉਂਕਿ ਦੀਵਾਨ ਜਿਹੜਾ ਹੁੰਦਾ ਇਹ ਸ਼ਾਂਤੀ ਦਾ ਹੀ ਹੁੰਦਾ ਹੈ। ਸੋ ਆਪ ਬੜੇ ਪ੍ਰੇਮ ਨਾਲ ਇਹ ਮਹਾਂਪੁਰਸ਼ਾਂ ਦੀ ਸੰਗਤ ਕਰੀ ਕਰਕੇ ਆਪ ਨੂੰ ਕਿੰਨਾ ਨਾਲ ਲੰਗਰ ਵੀ ਚੱਲ ਰਹੇ ਨੇ। ਸਾਹਿਬਜ਼ਾਦਿਆਂ ਦੀ ਪਾਵਨ ਪਵਿੱਤਰ ਯਾਦ ਦੇ ਅੰਦਰ ਅੱਜ ਫਤਿਹਗੜ੍ਹ ਦੀ ਧਰਤੀ ਤੇ ਸੰਗਤਾਂ ਗਿਣੀਆਂ ਨਹੀਂ ਜਾਂਦੀਆਂ ਵੀ ਕਿੰਨੇ ਕੁ ਨਮਸਕਾਰਾਂ ਕਰ ਰਹੇ ਨੇ। ਉਹਨਾਂ ਨੂੰ ਕਹਿੰਦੇ ਸ਼ਹੀਦ ਉਹ ਤਾਂ ਅੱਜ ਵੀ ਜੀਵਤ ਪੇਖੇ, ਜਿਨੀ ਹਰ ਹਰ ਤੇ ਆਇਆ ਹੈ। ਸਾਰੀ ਸੰਗਤ ਪਹਿਲੇ ਹਿੱਸੇ ਵਿੱਚ ਦਾਸ ਬੋਲਦਾ, ਇਹ ਮਲਵਈ ਕੀਰਤਨ ਹੈ ਸੰਤ ਮਹਾਰਾਜ ਮਸਤਵਾਣਾ ਸਾਹਿਬ, ਮਹਾਰਾਜ ਰਾੜੀ ਸਾਹਿਬ, ਔਰ ਆਪ ਦੂਸਰੇ ਪਾਸੇ ਭਾਈ ਬੋਲਿਆ ਕਰੋ, ਨਾਲ ਤੀਸਰੇ ਪਾਸੇ ਬੀਬੀਆਂ। ਬੀਬੀਆਂ ਵਾਲੀ ਬਾਰੀ ਭਾਈ ਨਾ ਬੋਲਿਆ ਕਰੋ, ਬੀਬੀ ਉੱਚੀ ਬੋਲਿਆ ਕਰੋ। ਸ਼ਬਦ ਵਿੱਚ ਮਨ ਸ਼ੁੱਧ ਹੋ ਜਾਂਦਾ ਕੀਰਤਨ 'ਚ ਬੋਲਣ ਵਾਲੇ ਦਾ। ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ, ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ, ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ, ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ। ਬੀਬੀਓ ਬੋਲਿਆ ਕਰੋ ਭਾਈ। ਉਹ ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ, ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ, ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ, ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ। ਦਾਤਾ ਤੇ ਭਗਤ ਸੂਰਮਾ, ਦਾਤਾ ਤੇ ਭਗਤ ਸੂਰਮਾ, ਦਾਤਾ ਤੇ ਭਗਤ ਸੂਰਮਾ, ਦਾਤਾ ਤੇ ਭਗਤ ਸੂਰਮਾ। ਦਾਤਾ ਤੇ ਭਗਤ ਸੂਰਮਾ, ਦਾਤਾ ਤੇ ਭਗਤ ਸੂਰਮਾ, ਦਾਤਾ ਤੇ ਭਗਤ ਸੂਰਮਾ, ਦਾਤਾ ਤੇ ਭਗਤ ਸੂਰਮਾ। ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ, ਉਹ ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ, ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ, ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ। ਤਿੰਨੇ ਪੁਰਸ਼ ਜਗ ਤੇ ਜਿਉਂਦੇ ਨੇ। ਕੌਣ ਕੌਣ ਜਿਉਂਦੇ ਨੇ? ਦਾਤਾ, ਭਗਤ ਔਰ ਸੂਰਮਾ। ਇਹ ਇਨਸਾਨ ਹੁਣ ਤੂੰ ਖਿਆਲ ਕਰ ਆਪਦੇ ਜੀਵਨ ਵੱਲ, ਬਈ ਤੂੰ ਤਿੰਨਾਂ ਦੇ ਅੰਦਰੋਂ ਤੇਰਾ ਦਰਜਾ ਕਿਹੜਾ ਹੈ।
ਕੀ ਤੂੰ ਦਾਤਾ ਹੈ? ਦਾਤਾ ਤਾਂ ਇੱਕੋ ਹੀ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰਾਂ ਇੱਕ ਦੇ 부ਝਾਈ, ਮੈਨੂੰ ਮੇਰੇ ਗੁਰੂ ਨੇ ਇੱਕ ਗੱਲ ਬੁਝਾ ਦਿੱਤੀ ਹੈ। ਸਭਨਾ ਜੀਆਂ ਕਾ ਇੱਕੋ ਹੀ ਦਾਤਾ ਹੈ। ਤੋ ਐਸੀ ਖੇਡ ਦੇ ਅੰਦਰ ਕੀ ਤੂੰ ਭਗਤੀ ਕਰਨ ਵਾਲਾ ਪੁਰਸ਼ ਹੈ, ਭਗਤੀ ਕਰਦੇ? ਔਰ ਉਦੋਂ ਬਾਅਦ ਤੀਜਾ ਦਰਜਾ ਸੂਰਮੇ ਪੁਰਸ਼ਾਂ ਦਾ, ਜਿਹੜੇ ਐ ਜੂਝ ਕੇ ਖੜ ਜਾਂਦੇ ਨੇ ਸਾਹਮਣੇ। ਤੂੰ ਇਉਂ ਸੋਚ ਵੀ ਮੇਰਾ ਦਰਜਾ ਕਿਹਨਾਂ ਦੇ ਅੰਦਰ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਦਰ ਤਿੰਨੇ ਹੀ ਵਸਤੂਆਂ ਪੂਰੀਆਂ ਨੇ। ਉਹ ਤਾਂ ਗੁਰ ਪਰਮੇਸ਼ਰ ਨੇ, ਅਕਾਲ ਪੁਰਖ ਨੇ। ਤੇਰੇ ਵਰਗਾ ਦਾਨੀ ਵੀ ਕੋਈ ਨਹੀਂ ਜਿਹਨੇ ਪੁੱਤਰਾਂ ਦਾ ਦਾਨ ਕਰ ਦਿੱਤਾ। ਤੇਰੇ ਵਰਗਾ ਸੂਰਮਾ ਵੀ ਕੋਈ ਨਹੀਂ ਹੈ। 10 ਲੱਖ ਚਮਕੌਰ ਦੀ ਗੜੀ ਦੇ ਅੰਦਰ 10 ਲੱਖ ਫੌਜ ਦਾ ਘੇਰਾ ਪਿਆ ਹੋਇਆ ਸੀ ਤੇ 40 ਸਿੰਘਾਂ ਦੇ ਨਾਲ ਮੁਕਾਬਲਾ ਕੀਤਾ। ਤੇਰੇ ਵਰਗਾ ਸੂਰਮਾ ਵੀ ਕੌਣ ਹੋ ਸਕਦਾ ਹੈ? ਔਰ ਤੇਰੀ ਭਗਤੀ ਦਾ ਵੀ ਹੇਮਕੁੰਡ ਦੇ ਪਰਬਤਾਂ ਤੇ ਕੋਈ ਅੰਤ ਨਹੀਂ ਆਉਂਦਾ ਹੈ। ਤੋ ਐਸੀ ਪ੍ਰਤਾਪ ਦੇ ਅੰਦਰ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਬਾਲੀ ਦੋ ਜਹਾਨ ਗੁਰੂ ਦਸ਼ਮੇਸ਼ ਪਾਤਸ਼ਾਹ ਆਨੰਦ ਦੇ ਅੰਦਰ ਆਪਣੇ ਸਮੇਂ ਨੂੰ ਬਤੀਤ ਕਰ ਰਹੇ ਨੇ। ਪਰ ਮਹਾਰਾਜ ਦੀ ਚੜ੍ਹਦੀ ਕਲਾ 22 ਧਾਰ ਦੇ ਰਾਜਿਆਂ ਤੋਂ ਬਰਦਾਸ਼ਤ ਨਾ ਹੋਈ। ਬਰਦਾਸ਼ਤ ਜਦ ਰਣਜੀਤ ਨਗਾਰਾ ਵੱਜਦਾ ਹੈ, ਸਿੰਘ ਮੂਹਰੇ ਤੁਰੇ ਜਾਂਦੇ ਨੇ, ਉਹਨਾਂ ਤੋਂ ਇਹ ਗੱਲ ਬਰਦਾਸ਼ਤ ਨਾ ਹੋ ਸਕੀ। ਉਹਨਾਂ ਨੇ ਇੱਕ ਚਿੱਠੀ ਲਿਖੀ। ਉਹਦੇ ਅੰਦਰ ਕੀ ਲਿਖਿਆ? ਕਹਿੰਦੇ, ਹੇ ਗੁਰੂ ਗੋਬਿੰਦ ਸਿੰਘ, ਤੁਸੀਂ ਫਕੀਰ ਲੋਕ ਹੋ, ਫਕੀਰਾਂ ਦੇ ਵਾਂਗ ਰਹੋ। ਇੰਨੀਆਂ ਫੌਜਾਂ, ਸੈਨਾ, ਸਾਨੂੰ ਇਉਂ ਪ੍ਰਤੀਤ ਹੁੰਦਾ ਵੀ ਤੁਸੀਂ ਰਾਜ ਕਰਨਾ ਚਾਹੁੰਦੇ ਹੋ। ਕੀ ਤੁਹਾਨੂੰ ਲਾਹੌਰ ਦੀਆਂ ਤਤੀਆਂ ਤਵੀਆਂ ਭੁੱਲ ਗਈਆਂ? ਮਿਹਣੇ ਮਾਰੇ। ਕੀ ਤੁਹਾਨੂੰ ਦਿੱਲੀ ਦਾ ਚਾਂਦਨੀ ਚੌਕ ਭੁੱਲ ਗਿਆ? ਤੁਹਾਡੇ ਪਿਤਾ ਦਸ਼ਮੇਸ਼ ਨੇ, ਮਾਤਾ ਗੁਜਰੀ ਜੀ ਕਹਿੰਦੇ, ਲਾਲ ਇਹ ਕੀ ਪੱਤਰਕਾ ਆਈ ਹੈ ਤੈਨੂੰ? ਕਹਿੰਦੇ, ਮਾਤਾ ਜਦ ਦੁਨੀਆ ਆਲੇ ਦਾਲੇ ਪੈ ਖਾਣ ਲੱਗ ਜੇ ਵੀ ਸਮਝੋ ਕੋਈ ਗੱਲ ਹੈ, ਤਾਂ ਦੁਨੀਆ ਪੈ ਖਾਂਦੀ ਹੈ, ਉਹ ਥੋੜੋ ਖਾਂਦੀ। ਤੋ ਮਹਾਰਾਜ ਕਹਿਣ ਲੱਗੇ, ਕਹਿੰਦੇ ਇਉਂ ਲਿਖ ਕੇ ਭੇਜਿਆ ਵੀ ਕੀ ਦਿੱਲੀ ਦੀਆਂ ਚਾਂਦਨੀ ਚੌਕ ਭੁੱਲ ਗਿਆ? ਕੀ ਲਾਹੌਰ ਦੀਆਂ ਤਤੀਆਂ ਤਵੀਆਂ ਭੁੱਲ ਗਈਆਂ? ਉਸ ਵੇਲੇ ਮਹਾਰਾਜ ਆਖਣ ਲੱਗੇ, ਕਹਿੰਦੇ ਕੀ ਪਰਵਾਹ ਇਹ ਜੀਆਂ ਗਿੱਦੜ ਧਮਕੀਆਂ ਦੀ? ਸਾਡੀ ਤਾਂ ਹਾਥੀਆਂ ਵਾਲੀ ਚਾਲ ਹੈ। ਅਸੀਂ ਕਿਸੇ ਦੀ ਪਰਵਾਹ, ਕਿਉਂਕਿ ਜਿਹੜੇ ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਜਿਹੜੇ ਪਰਮੇਸ਼ਰ ਦਾ, ਅਕਾਲ ਪੁਰਖ ਦਾ ਸਿਮਰਨ ਕਰਦੇ ਨੇ, ਉਹ ਬੇਮੋਹਤਾਜ ਹੋ ਜਾਂਦੇ ਨੇ। ਉਹ ਕਿਸੇ ਦੀ ਮਥਾਜਗੀ, ਮਸ਼ਗੰਦਗੀ ਨਹੀਂ ਕਰਦੇ ਫਿਰਦੇ। ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਮਹਾਰਾਜ ਗੁਰੂ ਦਸ਼ਮੇਸ਼ ਪਾਤਸ਼ਾਹ ਕਹਿਣ ਲੱਗੇ, ਸਾਨੂੰ ਕੀ ਪਰਵਾਹ ਹੈ ਕਿਸੇ ਦੀ? ਇਹੋ ਜਿਹੀਆਂ ਚਿੱਠੀਆਂ ਆਉਂਦੀਆਂ ਹੀ ਰਹਿੰਦੀਆਂ ਨੇ। ਉਦੋਂ ਬਾਅਦ ਫਿਰ ਉਹਨਾਂ ਨੇ ਇਹ ਗੱਲਾਂ ਔਰੰਗਜ਼ੇਬ ਤੱਕ ਪਹੁੰਚਾਈਆਂ। ਅਖੀਰ ਕਿਲੇ ਨੂੰ ਘੇਰਾ ਪਾ ਲਿਆ ਆਲੇ ਦਾਲਿਓਂ ਫੌਜਾਂ ਨੇ। ਜਦ ਕਿਲੇ ਨੂੰ ਘੇਰਾ ਪਿਆ, ਤਕਰੀਬਨ ਪੌਣੇ 7 ਮਹੀਨੇ ਕਿਲੇ ਨੂੰ ਘੇਰਾ ਪਿਆ ਰਿਹਾ। ਘੇਰਾ ਕਿਲੇ ਨੂੰ। ਸਿੰਘ ਹੁਣ ਕਿੰਨਾ ਕੁ ਅਨਾਜ ਆਪਣੇ ਘਰਾਂ 'ਚ, ਚਾਹੇ ਕੋਈ ਗੁਰੂ ਘਰ ਹੈ, ਕਿੰਨਾ ਕੁ ਹੁੰਦਾ? 10-20 ਦਿਨ ਮਹੀਨੇ ਦਾ ਰੱਖਦੇ ਆ ਆਪਾਂ। ਬਾਹਰੋਂ ਕੋਈ ਵਸਤੂ ਅੰਦਰ ਨਹੀਂ ਜਾ ਰਹੀ। ਇੱਕ ਵਿਛੋੜਾ, ਇੱਕ ਦੁੱਖ,
ਸਭ ਤੋਂ ਵੱਡਾ ਦੁੱਖ ਵਿਛੋੜੇ ਦਾ, ਉਦੋਂ ਦੂਜਾ ਦੁੱਖ ਇੱਕ ਵਿਛੋੜਾ, ਇੱਕ ਦੁੱਖ ਭੂਖ, ਦੂਜਾ ਦੁੱਖ ਭੁੱਖ ਦਾ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਖਾ ਕੇ ਸੁੱਤਿਆਂ ਤੜਕੇ ਨੂੰ ਫੇਰ ਖੜੀ ਹੈ। ਇਹ ਤਾਂ ਮਨ ਫੇਰ ਕੁਛ ਨਾ ਕੁਛ ਪਦਾਰਥ ਮੰਗਦਾ ਹੈ। ਉਸ ਵੇਲੇ ਐਸੇ ਪਿਆਰ ਦੇ ਅੰਦਰ ਮਹਾਰਾਜ ਦਸ਼ਮੇਸ਼ ਪਾਤਸ਼ਾਹ ਕੋਈ ਪਰਵਾਹ ਨਹੀਂ ਹੈ। ਕੀ ਆਖਣ ਲੱਗੇ, ਮਾਤਾ ਜੀ ਆ ਕੇ ਬਚਨ ਕਰਦੇ ਨੇ, ਕਹਿੰਦੇ ਮਾਤਾ ਜੀ ਸਾਨੂੰ ਸਾਡੇ ਤੇ ਗੁਰੂ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਦਾ ਹੱਥ ਹੈ। ਜਿਗਰਾ ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ। 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 ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ। ਜਿਗਰਾ ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ। ਜਿਗਰਾ ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ। ਜਿਗਰਾ ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ। ਉਸ ਵੇਲੇ ਧੰਨ ਗੁਰੂ ਦਸ਼ਮੇਸ਼ ਪਾਤਸ਼ਾਹ ਮਹਾਰਾਜ, ਉਹਨਾਂ ਨੇ ਫਿਰ ਇੱਥੇ ਹੀ ਬਸਣੀ ਹੈ। ਰਾਜੀ ਭੀਮ ਚੰਦ ਨੇ ਕਹਿਲੂਰ ਰਿਆਸਤ ਦਾ ਹੀ ਰਾਜਾ ਸੀ। 22 ਧਾਰ ਦੇ ਰਾਜੇ, 22 ਛੋਟੀਆਂ ਛੋਟੀਆਂ ਰਿਆਸਤਾਂ ਸੀ ਪਹਾੜੀ। ਮਹਾਰਾਜ ਨੇ ਰਵਾਲ ਸਰ ਇਹਨਾਂ ਨਾਲ ਮੀਟਿੰਗ ਵੀ ਕੀਤੀ ਸੀ। ਤੁਸੀਂ ਘਾਹ ਦੀ ਤਿਣ ਲੈ ਕੇ ਖੜਦੇ ਹੋ ਜਾ ਕੇ ਔਰੰਗਜ਼ੇਬ ਦੇ ਮੂਹਰੇ, ਮੈਂ ਤੁਹਾਡੀ ਸਲਤਨਤ ਕਾਇਮ ਕਰ ਦਿਆਂਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੁਹਾਨੂੰ ਕਿਸੇ ਦੇ ਮੂਹਰੇ ਝੁਕਣਾ ਨਹੀਂ ਪਵੇਗਾ। ਤੋ ਇਹਨਾਂ ਨੇ ਰਾਜੇ ਭੀਮ ਚੰਦ ਨੇ ਉਹਦੇ ਕੋਲ, ਕਿਉਂਕਿ ਰਾਜੇ ਮਹਾਰਾਜਿਆਂ ਕੋਲੇ ਜਸੂਸ, ਜੋਤਸ਼ੀ, ਨਜੂਮੀ ਇਹ ਸਾਰਾ ਕੁਝ ਹੁੰਦਾ, ਉਹਦੇ ਕੋਲ ਇੱਕ ਦੇਵੀ ਚੰਦ ਜਸੂਸ ਸੀ। ਜਸੂਸੀ ਕਰਨੀ ਵੀ ਦੂਏ ਪਾਸੇ ਕੀ ਹੋ ਰਿਹਾ ਹੈ। ਉਹ ਦੇਵੀ ਚੰਦ ਨੂੰ ਭੀਮ ਚੰਦ ਨੇ ਬੁਲਾ ਲਿਆ ਆਪਣੇ ਕੋਲ। ਕਹਿਣ ਲੱਗਿਆ ਤੂੰ ਇਉਂ ਕਰ, ਸਿੱਖਾਂ ਵਾਲੀ ਬਸਤਰ ਪਹਿਨ ਕੇ, ਪੇਸ਼ ਪੂਸ਼ਾ ਪਾ ਕੇ ਆਨੰਦਪੁਰ ਸਾਹਿਬ ਚਲਿਆ ਜਾ। ਉੱਥੇ ਜਾ ਕੇ ਮੈਨੂੰ ਖਬਰ ਦੇ, ਡੈਰੀ ਭੇਜ, ਰੋਜ਼ ਕੀ ਹੋ ਰਿਹਾ ਹੈ। ਦੇਵੀ ਚੰਦ ਆ ਗਏ। ਜਿਉਂ ਹੀ ਦੇਵੀ ਚੰਦ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਸ਼ਨ ਕੀਤਾ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਦ ਜਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਪੰਦ ਜਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਉਹ ਦੇਵੀ ਚੰਦ ਜਸੂਸ ਜਿਉਂ ਹੀ ਦਰਸ਼ਨ ਕੀਤੇ, ਦਸ਼ਮੇਸ਼ ਦਾ ਸਰੂਪ ਵਸ ਗਿਆ ਨੇਤਰਾਂ 'ਚ।
ਐਸਾ ਪ੍ਰੇਮ ਜਿਨ੍ਹਾਂ ਦੇ ਮਨ ਦੇ ਅੰਦਰ ਸਤਿਗੁਰੂ ਦਾ ਪ੍ਰੇਮ ਵਸ ਜਾਂਦਾ ਹੈ, ਉਹ ਫਿਰ ਪ੍ਰਵਾਹ ਨਹੀਂ ਕਰਦੇ ਕੋਈ। ਦਰਸ਼ਨ ਕਰਕੇ ਮਹਾਰਾਜ ਬਖਸ਼ ਲਓ ਮੈਨੂੰ। ਮਹਾਰਾਜ ਕਹਿੰਦੇ ਉਹ ਸ਼ੇਰਾਂ ਵਾਲੇ ਗੇਟ ਦੇ ਅੰਦਰ ਬਖਸ਼ਿਆ ਹੋਇਆ ਹੀ ਆਉਂਦਾ। ਕਿੱਡਾ ਹੀ ਕੋਈ ਗੁਨਾਹਗਾਰ ਹੋਵੇ, ਜਿਆਦਾ ਇਹ ਗੇਟ ਤੋਂ ਅੰਦਰ ਆ ਜਾਂਦਾ ਤਾਂ ਮਹਾਰਾਜ ਉਹਨੂੰ ਸਾਧ ਸੰਗਤ ਦਾ ਦਰਜਾ ਦੇ ਦਿੰਦੇ ਨੇ। ਇਹ ਗੁਰੂ ਕੀ ਸਾਧ ਸੰਗਤ ਹੈ। ਐਡੇ ਵੱਡੇ ਸੱਚੇ ਪਾਤਸ਼ਾਹ, ਅਸੀਂ ਕਿਸੇ ਗੁਨਾਹੀ ਬੰਦੇ ਨੂੰ ਕਿਸੇ ਦਾ ਗੁਨਾਹ ਪ੍ਰਗਟ ਹੋ ਜੇ, ਅਸੀਂ ਆਪਦੇ ਕੋਲ ਨਹੀਂ ਬਿਠਾਉਂਦੇ ਵੀ ਲੋਕ ਮੈਨੂੰ ਵੀ ਕਹਿਣਗੇ ਵੀ ਇਹ ਜਿਹੇ। ਪਰ ਕਿੱਡੀ ਦਇਆ ਧੰਨ ਗੁਰੂ ਨਾਨਕ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਸਾਡੇ ਗੁਨਾਹਾਂ ਨੂੰ ਨਹੀਂ ਚਿਤਾਰਦੇ ਕਦੇ। ਕਿੰਨੇ ਅਸੀਂ ਗੁਨਾਹ ਕਰਦੇ ਹਾਂ, ਔਗਣ ਕਰਦੇ ਹਾਂ। ਤੋ ਉਥੇ ਦੇਵੀ ਚੰਦ ਜਸੂਸ ਗੁਰੂ ਦਸ਼ਮੇਸ਼ ਪਾਤਸ਼ਾਹ ਨੂੰ ਕਹਿੰਦਾ ਮੇਰੇ ਤੇ ਕਿਰਪਾ ਕਰ ਦਿਓ। ਮਹਾਰਾਜ ਕਹਿੰਦੇ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਉਹੀ ਇਸ ਦਵਾਰ ਦੇ ਅੰਦਰ ਆਉਂਦੇ ਨੇ। ਇੱਕ ਮੈਂ ਪ੍ਰਵਚਨ ਮੇਰੇ ਕੁਦਰਤੀ ਯਾਦ ਆ ਗਿਆ। ਨਾਨਕਸਰ ਕਲਸ਼ ਦੀ ਸੇਵਾ ਚੱਲਦੀ ਸੀ। ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਥੇ ਹੁਣ ਸੇਵਾ ਚੱਲਦੀ ਹੈ। ਮਹਾਂਪੁਰਸ਼ ਸਾਹਿਬ ਦੇ ਧਿਆਨ ਚ, ਗੁਰੂ ਨਾਨਕ ਪਾਤਸ਼ਾਹ ਦੀ ਯਾਦ ਚ, ਬਾਬਾ ਅਨੰਦ ਸਿੰਘ ਜੀ ਮਹਾਰਾਜ ਦੀ ਯਾਦ ਚ ਸਮਾਂ ਬਿਤਾਉਂਦੇ ਨੇ। ਇੱਕ ਕੋਈ ਵਿਸ਼ਨੂੰ ਪ੍ਰੇਮੀ, ਹੋਰ ਤੁਸੀਂ ਸਾਰਿਆਂ ਨੂੰ ਜਾਣਦੇ ਹੋ ਮੇਰੇ ਨਾਲੋਂ ਜ਼ਿਆਦਾ, ਉਹਨਾਂ ਦੀ ਡਿਊਟੀ ਲਾਤੀ। ਇੱਕ ਉਥੇ ਭਗਵੇਂ ਕੱਪੜਿਆਂ ਵਾਲਾ ਕੋਈ ਸਾਧੂ ਆ ਗਿਆ। ਉਹਨੇ ਆ ਕੇ ਆਖਿਆ ਵੀ ਸੇਵਾ ਚੱਲਦੀ ਹੈ, ਸੋਨੇ ਦਾ ਕਲਸ਼ ਚੜ ਰਿਹਾ। ਕਿਉਂਕਿ ਪ੍ਰੇਮੀਓ, ਭੇਖ ਦਾ ਠੀਕ ਹੈ, ਭੇਖ ਦਾ ਸਤਿਕਾਰ ਹੈ। ਉਦਾਸੀਨ ਮਤ ਦੇ ਅੰਦਰ ਭੇਖ ਨੂੰ ਭਗਵਾਨ ਕਿਹਾ। ਸਾਡੇ ਵੀ ਗੁਰੂ ਘਰ ਦੇ ਅੰਦਰ ਬਾਣੀ ਦੀ ਲਾਜ ਹੈ। ਪਰ ਉਹਦੇ ਮਨ ਚ ਆ ਗਿਆ ਬਈ ਇਹ ਮਿਸਤਰੀਆਂ ਨੇ ਦੁਪਹਿਰ ਦਾ ਭੋਜਨ ਛਕਣ ਚਲੇ ਜਾਣਾ, ਕਿਉਂ ਨਾ ਮੈਂ ਕੋਈ ਪੱਤਰਾ ਚੱਕ ਕੇ ਲੈ ਜਾ। ਉਥੇ ਜਿਹੜੇ ਪ੍ਰੇਮੀ ਦੀ ਡਿਊਟੀ ਸੀ ਵਿਸ਼ਨੂੰ ਮਹਾਰਾਜ ਦੀ, ਉਹਦਾ ਨਾਂ ਹੀ ਵਿਸ਼ਨੂੰ ਮਹਾਰਾਜ ਸੀ, ਉਹਨੇ ਕਿਹਾ ਵੀ ਇਹ ਤਾਂ ਸਾਧੂ ਹੈ। ਉਹ ਕਹਿੰਦਾ ਮੈਂ ਵੀ ਥੋੜਾ ਬਾਲਾ ਜਲ ਪਾਣੀ ਛਕਿਆ, ਮੈਂ ਮਹਾਤਮਾ ਜੀ ਨਿਗਰਾਨੀ ਰੱਖੀ। ਜਦ ਉਹਨੇ ਦੇਖਿਆ ਵੀ ਉਹਨੂੰ ਸਾਰੇ ਹੀ ਪਰੇ ਉਰੇ ਹੋ ਗਏ, ਉਹਨੇ ਕहीं ਛੋਟਾ ਜਿਹਾ ਪੱਤਰਾ ਬੋਰੀ ਚ ਪਾ ਲਿਆ, ਪਿੱਛੇ ਲਮਕਾ ਲਿਆ ਤੇ ਭੱਜਿਆ ਜਾਂਦਾ। ਹੁਣ 250-300 ਸਿੰਘ ਰਹਿੰਦਾ ਸੀ। ਉਹਨਾਂ ਨੇ ਦੇਖ ਲਿਆ ਵੀ ਇਹ ਸਾਧੂ ਉੱਪਰ ਬੈਠਾ ਸੀ, ਕੋਈ ਚੱਕ ਕੇ ਲਿਆਇਆ। ਜਦ ਦੇਖਿਆ ਪੱਤਰਾ ਨਿਕਲਿਆ, ਬਸ ਸਿੰਘਾਂ ਨੇ ਉੱਥੇ ਹੀ ਪਕੜ ਲਿਆ, ਕੁਛ ਨਹੀਂ ਦੇਖਿਆ, ਉਹਦਾ ਕਟਾਪਾ ਕਰਤਾ। ਜਦ ਕਟਾਪਾ ਕੀਤਾ, ਉਹਨੂੰ ਪੜੀਸੀ ਲਈ ਜਾਂਦੇ ਨੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕੋਲ। ਬਾਬਾ ਜੀ ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਅਸੀਂ ਤਾਂ ਦੇਖ ਲਿਆ ਮੌਕੇ ਤੇ ਲੈਣਾ ਕੰਨੀ, ਇਹ ਸੋਨੇ ਦਾ ਪੱਤਰਾ ਲਈ ਜਾਂਦਾ ਸੀ, ਇਹ ਚੋਰ ਹੈ। ਬਾਬਾ ਜੀ ਕਹਿੰਦੇ ਸ਼ੇਰਾਂ ਵਾਲੇ ਗੇਟ ਤੋਂ ਅੰਦਰ ਕੋਈ ਚੋਰ ਨਹੀਂ, ਇੱਥੇ ਸਾਰੇ ਹੀ ਸਾਧ ਨੇ। ਐਡੀ ਦਇਆ। ਉਹ ਤਾਂ ਡਰਦਾ ਜਾਵੇ ਵੀ ਜਦ ਚੇਲਿਆਂ ਨਹੀਂ ਮੈਨੂੰ ਇੰਨਾ ਕੁੱਟਿਆ ਤਾਂ ਬਾਬੇ ਖਬਨੀ ਮੇਰਾ ਕੀ ਹਾਲ ਕਰਨਗੇ। ਬਾਬਾ ਜੀ ਕਹਿੰਦੇ ਨਾ, ਇੱਥੇ ਕੋਈ ਚੋਰ ਨਹੀਂ ਆ ਸਕਦਾ। ਇਹ ਸ਼ੇਰਾਂ ਵਾਲੇ ਗੇਟ ਦੇ ਅੰਦਰ ਤਾਂ ਸਾਧੂ ਹੀ ਰਹਿੰਦੇ ਨੇ, ਸਾਧੂ ਹੀ ਆਉਂਦੇ ਨੇ ਇੱਥੇ। ਬਾਬਾ ਜੀ ਕਹਿੰਦੇ ਜੋਗੀ ਘਰ ਵੀ ਛੱਡਿਆ ਤੇ ਘਰ ਵੀ ਛੱਡਤਾ, ਤੂੰ ਸਾਧੂ ਵੀ ਬਣ ਗਿਆ, ਤੈਨੂੰ ਕੀ ਲੋੜ ਪੈ ਗਈ? ਤੇਰੀ ਦ੍ਰਿਸ਼ਟੀ 'ਚ ਸੋਨਾ ਤੇ ਮਿੱਟੀ ਦੋ ਨੇ। ਤੂੰ ਰੰਕੇ ਬੰਕੇ ਦੀ ਉਹ ਕਥਾ ਸੁਣ ਲੈਣੀ ਸੀ। ਐ ਜੋਗੀ ਕਦ ਮਨ ਰੰਗੇਗਾ, ਬੜੇਪਾ ਤਾਂ ਆਇਆ ਪਿਆ। ਯੋਗੀ ਕੱਪੜੇ ਰੰਗਾ ਲੈ, ਮਨ ਕਿਉਂ ਨਹੀਂ ਰੰਗਿਆ? ਕੱਪੜੇ ਰੰਗਾ ਲੈ, ਮਨ ਕਿਉਂ ਨਹੀਂ ਰੰਗਿਆ? ਜੋਗੀ ਕੱਪੜੇ ਰੰਗਾ ਲੈ, ਮਨ
ਕਿਉਂ ਨੀ ਰੰਗਿਆ, ਜੋਗੀ ਕੱਪੜੇ ਰੰਗਾਲੇ ਮਨ ਕਿਉਂ ਨੀ ਰੰਗਿਆ। ਕਿਉਂ ਨੀ ਰੰਗਿਆ, ਜੋਗੀ ਕੱਪੜੇ ਰੰਗਾਲੇ ਮਨ ਕਿਉਂ ਨੀ ਰੰਗਿਆ। ਕਿਉਂ ਨੀ ਰੰਗਿਆ ਮਨ, ਕਿਉਂ ਨੀ ਰੰਗਿਆ ਮਨ, ਮਨ ਕਿਉਂ ਨੀ ਰੰਗਿਆ, ਕਿਉਂ ਨੀ ਰੰਗਿਆ ਮਨ, ਕਿਉਂ ਨੀ ਰੰਗਿਆ। ਇਹ ਯੋਗੀ ਬਾਬਾ ਜੀ ਕਹਿੰਦੇ ਘਰ ਵੀ ਛੱਡਿਆ, ਤੂੰ ਸਾਧੂ ਵੀ ਹੋਇਆ, ਤੈਨੂੰ ਕੀ ਲੋੜ ਪੈ ਗਈ। ਆਹਾ ਹਾ, ਨੇਤਰਾਂ 'ਚ ਜਲ ਆ ਗਿਆ ਉਹਦੇ। ਕਹਿੰਦਾ ਬਾਬਾ ਜੀ ਕੋਈ ਤਰੀਕਾ ਵੀ ਹੈ ਜਿਹਦੇ ਨਾਲ ਮਨ ਰੰਗਿਆ ਜਾਵੇ। ਕੀ ਕਹਿੰਦੇ ਨੇ ਫੇ ਗਰੀਬ ਨਵਾਜ, ਉਹ ਕਰ ਲੈ ਸਾਧ ਸੰਗਤ ਮਨ ਜਾਊ ਰੰਗਿਆ, 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 ਕਰ ਲੈ ਸਾਧ ਸੰਗਤ ਮਨ। ਕੱਪੜੇ ਰੰਗਾਲੇ ਮਨ ਕਿਉਂ ਨੀ ਰੰਗਿਆ ਓਏ ਜੋਗੀ, ਕੱਪੜੇ ਰੰਗਾਲੇ ਮਨ ਕਿਉਂ ਨੀ ਰੰਗਿਆ। ਜੋਗੀ ਕੱਪੜੇ ਰੰਗਾਲੇ ਮਨ ਕਿਉਂ ਨੀ ਰੰਗਿਆ, ਜੋਗੀ ਕੱਪੜੇ ਰੰਗਾਲੇ ਮਨ ਕਿਉਂ ਨੀ ਰੰਗਿਆ, ਜੋਗੀ ਕੱਪੜੇ ਰੰਗਾਲੇ ਮਨ ਕਿਉਂ ਨੀ ਰੰਗਿਆ, ਜੋਗੀ ਕੱਪੜੇ ਰੰਗਾਲੇ ਮਨ ਕਿਉਂ ਨੀ ਰੰਗਿਆ। ਐ ਯੋਗੀ ਤੇ ਕੱਪੜੇ ਵੀ ਰੰਗਾਲੇ, ਫਾਇਦਾ ਕੀ ਹੋਇਆ। ਅਸੀਂ ਵਰਦੀਆਂ ਬਦਲਦੇ ਫਿਰਦੇ ਆ, ਚਿੱਟੇ ਲਾ ਤੇ ਕਾਲੇ ਪਾ ਲਏ, ਕਾਲੇ ਲਾ ਤੇ ਨੀਲੇ ਪਾ ਲਏ, ਨੀਲੇ ਲਾ ਤੇ ਭਗਵੇਂ ਪਾ ਲਏ, ਮਨ ਨਹੀਂ ਬਦਲਦੇ ਕਦੇ। ਇਸ ਸੰਗਤ ਵਿੱਚ ਆ ਕੇ ਸਾਡਾ ਮਨ ਬਦਲਣਾ ਚਾਹੀਦਾ ਸੀ। ਕਿੰਨਾ ਕੁ ਚਿਰ ਇੱਕ ਨਹੀਂ ਕੰਮ ਚੱਲੂ। ਯਤਨ ਕਰੀਏ ਵੀ ਪਹਿਲਾਂ ਮੈਂ ਕੀ ਸੀ ਹੁਣ ਮੈਂ ਕੀ ਆ। ਕਿਤੇ ਔਗਣ ਜ਼ਿਆਦੇ ਤਾਂ ਨਹੀਂ ਵਧੀ ਜਾਂਦੇ, ਕਿਤੇ ਮੈਂ ਜ਼ਿਆਦੇ ਗੁਨਾਹੀ ਤਾਂ ਨਹੀਂ ਹੋਈ ਜਾਂਦਾ। ਉਸ ਵੇਲੇ ਦੇਵੀ ਚੰਦ ਜਸੂਸ ਭੀਮ ਚੰਦ ਕਹਿਲੂਰੀਏ ਰਾਜੇ ਕੋ ਚਲਿਆ ਗਿਆ। ਉਹ ਕਹਿਣ ਲੱਗਿਆ ਦੇਵੀ ਚੰਦ ਤੇ ਮੈਨੂੰ ਰਿਪੋਰਟ ਨਹੀਂ ਭੇਜੀ। ਕਹਿੰਦਾ ਰਿਪੋਰਟ ਭੇਜਣ ਵਾਲੀ ਨਹੀਂ ਸੀ, ਆਪ ਹੀ ਸੁਣਾਉਣ ਵਾਲੀ ਸੀ ਆ ਕੇ। ਕਹਿੰਦੇ ਦੱਸ। ਕਹਿੰਦੇ ਰਿਪੋਰਟ ਇਹ ਹੈ ਵੀ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਹੈ, ਖੁਦਾ ਹੈ, ਪਰਮੇਸ਼ਰ ਹੈ, ਭਗਵਾਨ ਹੈ, ਉਹਦਾ ਕੱਖ ਵੀ ਵਿਗਾੜ ਨਹੀਂ ਸਕਦਾ, ਕੱਖ। ਕਹਿੰਦੇ ਅੱਛਾ ਤੈਨੂੰ ਇੱਕ ਦਿਨ ਭੇਜਿਆ, ਤੂੰ ਕਿੰਨੇ ਸਾਲਾਂ ਦਾ ਮੇਰੇ ਕੋਲੇ ਜਸੂਸੀ ਦੀ ਡਿਊਟੀ ਕਰਦਾ, ਮੈਂ ਤੈਨੂੰ ਥਾਂ ਥਾਂ ਤੇ ਭੇਜਿਆ। ਕਹਿੰਦੇ ਫਿਰ ਮੇਰੇ ਨੇਤਰਾਂ 'ਚ ਗੁਰੂ ਗੋਬਿੰਦ ਸਿੰਘ ਦਾ ਸਰੂਪ ਵਸਿਆ। ਕਹਿੰਦੇ ਡਿਊਟੀ ਕਰ ਸਿੱਧਾ ਹੋ ਕੇ, ਖਵਨੀ ਤੈਨੂੰ ਕੀ ਕਰਤਾ। ਕਹਿੰਦੇ ਹੁਣ ਕੁਛ ਕਰਨਾ ਨਹੀਂ, ਬਹੁਤ ਜਨਮ ਵਿਛਰੇ ਥੇ ਮਾਧੋ, ਬਹੁਤ ਜਨਮ ਹੋ ਗਏ ਵਿਛੜਿਆਂ ਨੂੰ। ਭਗਤ ਰਵਿਦਾਸ ਜੀ ਕਹਿੰਦੇ ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਇੱਕੋ ਹੀ ਇੱਛਾ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਮੇਰੇ ਮਨ ਤੋਂ ਦੂਰ ਨਾ ਹੋ ਜਾਣ। ਰਾਜਾ ਭੀਮ ਚੰਦ ਕਹਿਣ ਲੱਗਿਆ ਮੈਂ
ਜਿਹੜੇ ਨੇਤਰਾਂ 'ਚ ਕਹਿੰਦੇ ਗੁਰੂ ਗੋਬਿੰਦ ਸਿੰਘ ਵਸੇ ਨੇ, ਮੈਂ ਤੋੜ ਫੇਰ ਦੂੰ ਪਹਾੜੀ ਤੇ ਲਿਜਾ ਕੇ। ਕਹਿੰਦੇ ਜੋ ਮਰਜ਼ੀ ਕਰ ਲੈ, ਆਰਡਰ ਦੇਤੇ। ਦੇਵੀ ਚੰਦ ਜਸੂਸ ਨੂੰ ਪਹਾੜੀ ਤੇ ਲੈ ਗਏ। ਜਲਾਦ ਪੁੱਛਦੇ ਨੇ, ਕਹਿੰਦੇ ਕੋਈ ਪਰਵਾਹ ਨਹੀਂ। ਜਦ ਕੋਈ ਕਿਸੇ ਤੋਂ ਕੁਰਬਾਨ ਹੋ ਜਾਂਦਾ ਹੈ, ਉਹ ਆਪਦੇ ਨਾਲੋਂ ਜ਼ਿਆਦਾ ਉਹਨੂੰ ਉੱਚਾ ਸਮਝਦਾ ਹੈ, ਉਹ ਤਾਂ ਕੁਰਬਾਨ ਹੁੰਦਾ ਹੈ, ਨਹੀਂ ਹੋਇਆ ਨਹੀਂ ਜਾਂਦਾ। ਕਹਿਣ ਲੱਗੇ, ਕਹਿੰਦੇ ਆ ਦੇਖ ਤੋੜ ਸਲਾਈਆਂ, ਤਕੜਾ ਜਿਵੇਂ ਹੁੰਦਾ ਚਰਖੇ ਦਾ, ਗਰਮ ਕਰ ਲੈ, ਨੇਤਰਾਂ ਚ ਆਏ ਨਹੀਂ ਆਏ ਫੇਰੇ ਜਾਣਗੇ। ਕਹਿੰਦੇ ਜੋ ਮਰਜ਼ੀ ਕਰੋ। ਉਹਨਾਂ ਨੇ ਤੋੜ ਚੱਕ ਲਏ। ਕਿਵੇਂ ਮਿਲਿਆ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ? ਜਿੱਡੀ ਕੋਈ ਜਮਾਤ ਚ ਪੜ੍ਹਦਾ ਉਹਦਾ ਇਮਤਿਹਾਨ ਵੀ ਓਡਾ ਹੀ ਹੁੰਦਾ ਹੈ। ਨਾਲੇ ਤੋੜ ਫੇਰੇ ਜਾਂਦੇ ਨੇ, ਪੜ੍ਹਦਾ ਕੀ ਹੈ? ਆਪਣਾ ਆਪ ਕਰੇ ਬਰਬਾਦ, ਜੇ ਮਿਲਣਾ ਕਲਗੀਆਂ ਵਾਲੇ ਨੂੰ। ਆਪਣਾ ਆਪ ਕਰੇ ਬਰਬਾਦ, ਜੇ ਮਿਲਣਾ ਕਲਗੀਆਂ ਵਾਲੇ ਨੂੰ। ਆਪਣਾ ਆਪ ਕਰੇ ਬਰਬਾਦ, ਜੇ ਮਿਲਣਾ ਕਲਗੀਆਂ ਵਾਲੇ ਨੂੰ। ਆਪਣਾ ਆਪ ਕਰੇ ਬਰਬਾਦ, ਜੇ ਮਿਲਣਾ ਕਲਗੀਆਂ ਵਾਲੇ ਨੂੰ। ਆਪਣਾ ਆਪ ਕਰੇ ਬਰਬਾਦ, ਜੇ ਮਿਲਣਾ ਕਲਗੀਆਂ ਵਾਲੇ ਨੂੰ। ਆਪਣਾ ਆਪ ਕਰੇ ਬਰਬਾਦ, ਜੇ ਮਿਲਣਾ ਕਲਗੀਆਂ ਵਾਲੇ ਨੂੰ। ਗੱਲਾਂ ਵੱਡੇ ਭਗਤਾਂ ਦੀਆਂ ਕਰਦੇ, ਕਿਉਂ ਨਹੀਂ ਸੀਸ ਤਲੀ ਤੇ ਤਰਦਾ। ਗੱਲਾਂ ਵੱਡੇ ਭਗਤਾਂ ਦੀਆਂ ਕਰਦੇ, ਕਿਉਂ ਨਹੀਂ ਸੀਸ ਤਲੀ ਤੇ ਤਰਦਾ। ਗੱਲਾਂ ਵੱਡੇ ਭਗਤਾਂ ਦੀਆਂ ਕਰਦਾ, ਕਿਉਂ ਨਹੀਂ ਸੀਸ ਤਲੀ ਤੇ ਤਰਦਾ। ਗੱਲਾਂ ਕਰਦਾ, ਕਿਉਂ ਨਹੀਂ ਸੀਸ ਤਲੀ ਤੇ ਤਰਦਾ। ਗੱਲਾਂ ਵੱਡੇ ਭਗਤਾਂ ਦੀਆਂ ਕਰਦਾ, ਕਿਉਂ ਨਹੀਂ ਸੀਸ ਤਲੀ ਤੇ ਤਰਦਾ। ਕਿਉਂ ਨਹੀਂ ਸੀਸ ਤਲੀ ਤੇ ਤਰਦਾ। ਜਦ ਤੱਕ ਜਿਉਂਦੇ ਜੀ ਨਹੀਂ ਮਰਦਾ, ਲੱਭਦਾ ਫਿਰੇ ਕਿਨਾਰੇ ਨੂੰ। ਜਦ ਤੱਕ ਜਿਉਂਦੇ ਜੀ ਨਹੀਂ ਮਰਦਾ, ਲੱਭਦਾ ਫਿਰੇ ਕਿਨਾਰੇ ਨੂੰ। ਜਦ ਤੱਕ ਜਿਉਂਦੇ ਜੀ ਨਹੀਂ ਮਰਦਾ, ਲੱਭਦਾ ਫਿਰੇ ਕਿਨਾਰੇ ਨੂੰ। ਜਦ ਤੱਕ ਜਿਉਂਦੇ ਜੀ ਨਹੀਂ ਮਰਦਾ, ਲੱਭਦਾ ਫਿਰੇ ਕਿਨਾਰੇ ਨੂੰ। ਜਦ ਤੱਕ ਜਿਉਂਦੇ ਜੀ ਨਹੀਂ ਮਰਦਾ, ਲੱਭਦਾ ਫਿਰੇ ਕਿਨਾਰੇ ਨੂੰ। ਜਦ ਤੱਕ ਜਿਉਂਦੇ ਜੀ ਨਹੀਂ ਮਰਦਾ, ਲੱਭਦਾ ਫਿਰੇ ਕਿਨਾਰੇ ਨੂੰ। ਆਪਣਾ ਆਪ ਕਰੇ ਬਰਬਾਦ, ਜੇ ਮਿਲਣੇ ਕਲਗੀਆਂ ਵਾਲੇ ਨੂੰ। ਆਪਣਾ ਆਪ ਕਰੇ ਬਰਬਾਦ, ਜੇ ਮਿਲਣੇ ਕਲਗੀਆਂ ਵਾਲੇ ਨੂੰ। ਆਪਣਾ ਆਪ ਕਰੇ ਬਰਬਾਦ, ਜੇ ਮਿਲਣਾ ਕਲਗੀਆਂ ਵਾਲੇ ਨੂੰ। ਆਪਣਾ ਆਪ ਕਰੇ ਬਰਬਾਦ, ਜੇ ਮਿਲਣਾ ਕਲਗੀਆਂ ਵਾਲੇ ਨੂੰ। ਆਪਣਾ ਆਪ ਕਰੇ ਬਰਬਾਦ, ਜੇ ਮਿਲਣਾ ਕਲਗੀਆਂ ਵਾਲੇ ਨੂੰ। ਆਪਣਾ ਆਪ ਕਰੇ ਬਰਬਾਦ, ਜੇ ਮਿਲਣਾ ਕਲਗੀਆਂ ਵਾਲੇ ਨੂੰ। ਆਪਣਾ ਆਪ ਗਵਾਉਣਾ ਪੈਂਦਾ, ਫੇਰ ਸ਼ਹੀਦ ਕਹਾਉਣਾ ਪੈਂਦਾ। ਉਸ ਵੇਲੇ ਕਹਿੰਦੇ ਦੇਖ ਲੈ, ਕਹਿੰਦੇ ਦੇਖਿਆ ਹੀ ਹੋਇਆ। ਤੁਸੀਂ ਜੋ ਕਰਨਾ ਕਰ ਸਕਦੇ ਹੋ, ਪਰ ਮੈਂ ਹੁਣ ਗੁਰੂ ਗੋਬਿੰਦ ਸਿੰਘ ਦੇ ਉੱਪਰੋਂ ਤਨ ਵੀ ਮਨ ਵੀ ਤੇ ਤਨ ਵੀ ਬਾਹਰ ਦਿੱਤਾ ਹੈ। ਮੈਂ ਭੇਟਾ ਕਰ ਦਿੱਤਾ ਹੈ। ਆਪਣਾ ਆਪ ਗਵਾਉਣਾ ਪੈਂਦਾ, ਫੇਰ ਸ਼ਹੀਦ ਕਹਾਉਣਾ ਪੈਂਦਾ। ਕਹਿੰਦੇ ਅੱਛਾ, ਇੱਕ ਮਹਾਪੁਰਸ਼ਾਂ ਦਾ ਲੋਪ ਵਾਲਿਆਂ ਦਾ ਸ਼ੇਰ ਹੈ। ਜੇਕਰ ਯਾਦ ਤੇਰੀ ਵਿੱਚ ਜਨਮ ਲੀਤਾ, ਤੇ ਅਸੀਂ ਮਰਾਂਗੇ ਵੀ ਤੇਰੀ ਯਾਦ ਅੰਦਰ। ਜੇ ਤੇਰੇ ਸੇਵਕ ਬਣ ਗਏ,
ਜੇ ਤੇਰੀ ਯਾਦ 'ਚ ਜਨਮ ਲੈ ਲਿਆ ਤੇ ਮਰਨਾ ਵੀ ਤੇਰੀ ਯਾਦ 'ਚ ਹੀ ਹੈ, ਇਹ ਨਹੀਂ ਵੀ ਕਿਤੇ ਹੋਰ ਚਲੇ ਜਾਣਾ। ਜੇਕਰ ਯਾਦ ਤੇਰੀ ਵਿੱਚ ਜਨਮ ਲੀਤਾ ਤੇ ਅਸੀਂ ਮਰਾਂਗੇ ਵੀ ਤੇਰੀ ਯਾਦ ਅੰਦਰ। ਪਾਇਆ ਭੇਦ ਨਾ ਗਹਿਰ ਗੰਭੀਰ ਤੇਰਾ, ਸੋਚ ਸੋਚ ਕੇ ਹੋਏ ਬਿਸਮਾ ਦੇ ਅੰਦਰ। ਸੋਚ ਸੋਚ ਕੇ ਹੋਏ ਬਿਸਮਾ ਦੇ ਅੰਦਰ। तेरी याद में मुद्दतां बीत गईयां, इंतजार दी सुन समा दे अंदर। किनू दसीए दुख दरबार सिंगा ते बैठा सुनदा नहीं फरियाद अंदर। उसी वेले कहंदे तोड़ फेर दिओ जेड़ा कुछ कर रहे। असीं तां बचाउणा चाहुंदे हां ना सब कुछ। उन्हां ने बार दिता बंदे बहादुर दा इतिहास पढ़ो। ਉਹਦੇ ਪੁੱਤਰ ਦਾ ਕਲੇਜਾ ਮੁੱਖ ਦੇ ਅੰਦਰ ਪਾ ਦਿੱਤਾ ਉਹਦੇ ਕੱਢ ਕੇ। ਇਦੋਂ ਹੋਰ ਕੀ ਸਿੱਖੀ ਹੋ ਸਕਦੀ ਹੈ? ਸਾਡੇ ਪ੍ਰਚਾਰਕ ਉਹਦੀ ਵੀ ਨਿੰਦਿਆ ਕਰੀ ਜਾਂਦੇ ਨੇ। ਚੰਗਾ ਕਿਹਨੂੰ ਕਹੋਗੇ? ਹੈਰਾਨ ਹੋ ਜਾਈਦਾ ਕਦੇ ਕਦੇ। ਇਹ ਆਪ ਹੀ ਚੰਗੇ ਨੇ ਵਿਚਾਰੇ, ਬਸ ਬਾਕੀ ਤਾਂ ਚੰਗਾ ਹੋਰ ਹੈ ਨਹੀਂ ਕੋਈ। ਤੋ ਐਸੀ ਖੇਡ ਦੇ ਅੰਦਰ ਇਧਰ ਦਸ਼ਮੇਸ਼ ਪਾਤਸ਼ਾਹ ਤਖਤ ਲਾਈ ਬੈਠੇ ਨੇ ਆਨੰਦਪੁਰ ਸਾਹਿਬ। ਚਰਨਾਂ ਦੇ ਅੰਦਰੋਂ लहू सिमना शुरू हो गया। भाई दया सिंह, भाई आलम सिंह, गरीब नवाज, तुहाडे चरनां दे अंदरों कुछ लग्या नहीं, किते गए नहीं। तख्तां ते बैठियां दे लहू सिमन लग गया। गुरु दशमेश पातशाह कहन लगे, की आखण लगे? कहते भाई आलम सिंह, देवी चंद जसूस दे नेत्रां च कोहेलूर दी पहाड़ी ते तोड़ फेरे जा रहे ने। उन्हें साडे चरनां दा ध्यान धरिया होया है। असीं ओदियां अखां नूं नहीं कुछ होण दे रहे। कोई कर सकदा है? यह है बिना गुरु तो किसे च समर्था। एक इहदे अंदर समर्थ है। बस उन्होंने तो इउं हो गया सी भी हुण ना हो गया। नेत्रां च तोड़ फेरे गए, हुणे इधर उधर ठेडे खा के मर जूगा। पर ओदी निगाह नूं की हो सकदा सी? दशमेश दे चरनां ते पट्टियां बन्नियां ने। इन्ने नूं आ गया महाराज, थोड़े चरनां ते पट्टियां की गल हो गई? बुकड़ च ले लिया। देवी चंद, जे तू मेरा ध्यान धरिया फिर ध्यान की शक्ति दिखाने तेनू। जय जय तुमरे ध्यान को नित उठ त्याए हैं संत, अंत लहेंगे मुक्त फल पावेंगे भगवंत। कहते जे तै प्रीत कीती है ना साडे नाल, आहा मैं अबदा तां जो कुछ भी नुकसान हो जाए मैं करा सकदा। पर देवी चंद जेड़े मेरा ध्यान धरदे ने, बस नेत्रां चों जल जांदा है। देवी चंद जसूस दे की पढ़दा है? सारे जग नालों मिठी है गुरां दी प्रीत। सारे जग नालों मिठी है गुरां दी प्रीत। सारे जग नालों गुरां दी प्रीत। सारे जग नालों मिठी है 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 गुरां दी प्रीत। सारे जग नालों मिठी है
ਗੁਰਾਂ ਦੀ ਪ੍ਰੀਤ ਸਾਰੇ ਜਗ ਨਾਲੋਂ ਮਿੱਠੀ ਐ ਗੁਰਾਂ ਦੀ ਪ੍ਰੀਤ ਸਾਰੇ। ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਐ, ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਐ, ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਐ, ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਐ। ਜਿਨ੍ਹਾਂ ਲਾ ਕੇ ਨਾ ਡਿੱਠੀ ਐ, ਜਗ ਨਾਲ ਮਿੱਠੀ ਐ ਗੁਰਾਂ ਦੀ ਪ੍ਰੀਤ ਸਾਰੇ, ਜਗ ਨਾਲ ਮਿੱਠੀ ਐ ਗੁਰਾਂ ਦੀ ਪ੍ਰੀਤ ਸਾਰੇ। ਉਹ ਜਗ ਨਾਲੋਂ ਮਿੱਠੀ ਐ ਗੁਰਾਂ ਦੀ ਪ੍ਰੀਤ ਸਾਰੇ, ਜਗ ਨਾਲੋਂ ਮਿੱਠੀ ਐ ਗੁਰਾਂ ਦੀ ਪ੍ਰੀਤ ਸਾਰੇ, ਜਗ ਨਾਲੋਂ ਮਿੱਠੀ ਐ ਗੁਰਾਂ ਦੀ ਪ੍ਰੀਤ ਸਾਰੇ, ਜਗ ਨਾਲੋਂ ਮਿੱਠੀ ਐ ਗੁਰਾਂ ਦੀ ਪ੍ਰੀਤ ਸਾਰੇ। ਉਸ ਵੇਲੇ ਤਨ ਦਸ਼ਮੇਸ਼ ਪਿਤਾ ਮਹਾਰਾਜ ਕਹਿੰਦੇ ਤਨ ਇਹਨਾਂ ਪ੍ਰੇਮੀਆਂ ਦੇ ਜਿਨ੍ਹਾਂ ਗੁਰਾਂ ਨਾਲ ਪ੍ਰੀਤ ਨਿਭਾਈ। ਤਨ ਨੇ ਦੇਵੀ ਚੰਦ ਵਰਗੇ। ਸਾਡਾ ਤਾਂ ਕਿਤੇ ਸਿਰ ਨਾ ਦੁਖਣੋਂ ਹਟੇ। ਮੈਨੂੰ ਕਹਿਣ ਦੀ ਲੋੜ ਨਹੀਂ, ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਕਿੰਨੇ ਕੁ ਥਾਵੇਂ ਜਾਂਦੇ ਆ। ਸਾਡਾ ਨਿਸ਼ਚਾ ਗੁਰੂ ਪੂਰਾ, ਸਾਡਾ ਨਿਸ਼ਚਾ ਨਹੀਂ ਪੂਰਾ। ਉਦੋਂ ਗੁਰੂ ਨਾਨਕ ਦੇ ਦਰ ਤੇ ਕੁਰਬਾਨ ਹੋ ਗਏ। ਉਹਨਾਂ ਨੇ ਫਿਰ ਸਭ ਦਰ ਆਵਤ ਜਾਤ ਹੈ ਹਟ ਕੇ ਨਾ ਹਿਨ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਮਹਾਰਾਜ ਦਸ਼ਮੇਸ਼ ਕਹਿਣ ਲੱਗੇ ਤਨ ਇਹਨਾਂ ਪ੍ਰੇਮੀਆਂ ਦੇ ਜਿਨ੍ਹਾਂ ਗੁਰਾਂ ਨਾਲ ਪ੍ਰੀਤ ਨਿਭਾਈ। ਤੋੜ ਫੇਰਨ ਦੀ ਪਰਵਾਹ ਨਹੀਂ ਕੀਤੀ। ਜਿਹੜੀ ਵੀ ਮੁਸੀਬਤ ਆਈ ਉਹਨਾਂ ਹੱਸ ਕੇ ਗਲੇ ਦੇ ਨਾਲ ਲਾਈ। ਉਹਨਾਂ ਨੇ ਹੱਸ ਕੇ ਗਲ ਨੂੰ ਲਾ ਲਈ। ਪ੍ਰੇਮੀ ਕਹਿੰਦਾ ਮੈਂ ਕੁਰਬਾਨ ਹੋ ਜਾ ਸਤਿਗੁਰੂ ਤੋਂ, ਪ੍ਰੇਮੀ ਕਹਿੰਦੇ ਉਹਨੂੰ ਲੈ। तो फिर दशमेश पातशाह दे नाल ही देवी चंद ने किथे जाना सी। अखीर इतिहास जो दिन चलते ने, महाराज फिर 6 पो दी रात्रि आनंदपुर साहिब के किले नूं, अज दिने भी नथू माजरे दीवान सी, यही चलदा सी प्रकरण। तो फिर आनंदपुर साहिब का किला छड्ड के महाराज जिथे परिवार विछोड़ा सरसा नदी के कंढे ते, सरसा नदी ते विछोड़ा पै गया माता पिता बच्चियां दा। उथे गुरां सिंघां दा जथा निखेड़ दिता, थोड़ा किसी पासे ते थोड़ा किसी पासे। छोटे साहिबजादियां नूं गंगू माता गुजरी साहिब अवधि कर लै गया सहेड़ी नगर। और बड़े साहिबजादे धन गुरु गोबिंद सिंह महाराज 40 सिंह चमकौर दी गड़ी वल भाई मनी सिंह नाल माता साहिब देवा माता सुंदरी जी, वो दिल्ली वाल नूं जिन्हों जिधर नूं रास्ता मिले उधर नूं ही हो गया। प्रेमियों, उस वेले महाराज ने बड़ी कृपा की। ऐसे समय दे अंदर सिखां दा सिदक नहीं डोलिया। 40 सिंह ने 10 लाख दा घेरा। फिर दशमेश पातशाह चमकौर साहिब कच्ची गड़ी च प्रवेश करते हैं 40 सिंघां दे समेत। उथे फिर युद्ध शुरू हो गया कमसान दा। ओहो जिहा युद्ध नहीं होया दुनिया च किते जिहड़ा चमकौर दी गड़ी दे अंदर होया। जी राजे महाराजा ने युद्ध कीते ने 500-400 सेना दा 10 फर्क हो सकता है, पर इक्को ही युद्ध है संसार दे अंदर जिहड़ा 40 ਸਿੰਘਾਂ ਦੇ ਨਾਲ गुरु दशमेश ने लड़िया। 10 लाख का घेरा, 10 लाख का। पर अज पातशाह धन बाबा अजीत सिंह जी महाराज, पिता जी मैनू आख्या दे दिओ, मैं जंग दे अंदर जूझ के शहीदी का जाम पी जा। तो चले गए। हजारां दा घात कर दे, लखां दा
ਅਖੀਰ ਨੂੰ ਸ਼ਹੀਦੀ ਦਾ ਜਾਮ ਪੀ ਗਏ। ਕਿਵੇਂ ਲੜਿਆ ਅਜੀਤ, ਕਿਵੇਂ ਲੜਿਆ ਜੁਝਾਰ, ਕਿੰਨੇ ਸੀਨੇ ਫਟ ਖਾਦੇ, ਕਿੰਨੇ ਜਿੰਦੇ ਉੱਤੇ ਵਾਰ, ਕਿਵੇਂ ਹੀਰੇ ਸੀ ਲਟਾਏ। ਦਸ਼ਮੇਸ਼ ਗੁਰਾਂ ਨੇ ਬਾਣ ਗੁਰਾਂ ਦੇ ਨੂੰ ਤੂੰ ਵੀ ਕਦੇ ਸਹਿ ਜਾ, ਕਦੇ ਪੜ ਦੇਖਿਆ ਕਰੀ ਕਿੱਸਾ ਗੁਰੂ ਦਸ਼ਮੇਸ਼ ਜੀ ਦਾ ਲੈ ਜਾ। ਉੱਥੇ ਫਿਰ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਮਹਾਰਾਜ, ਮਹਾਰਾਜ ਮੈਨੂੰ ਵੀ ਆਗਿਆ ਦੇ ਦਿਓ, ਜਿਹੜੇ ਰਸਤੇ ਵੀਰ ਅਜੀਤ ਗਿਆ ਉਸੇ ਰਾਹ ਮੈਂ ਵੀ ਚਲਿਆ ਜਾਵਾਂ, ਮੇਰਾ ਵੀਰ ਉਡੀਕ ਰਿਹਾ ਮੈਨੂੰ। ਮਹਾਰਾਜ ਕਹਿੰਦੇ ਵਾਹ ਵਾਹ ਭਾਈ ਦਇਆ ਸਿੰਘ ਜੀ ਕਹਿੰਦੇ ਮਹਾਰਾਜ ਇੱਕ ਤਾਂ ਰੱਖ ਲੈਂਦੇ, ਛੋਟਿਆਂ ਦਾ ਕੋਈ ਪਤਾ ਨਹੀਂ। ਮਹਾਰਾਜ ਕਹਿੰਦੇ ਘਬਰਾ ਨਾ, ਇਹ ਤਾਂ ਸਮਾਂ ਹੀ ਐਸਾ, ਮੈਨੂੰ ਪਤਾ ਹੈ ਸਾਡੀ ਲੀਲਾ ਹੀ ਗੁਰੂ ਨਾਨਕ ਦੀ ਵਰਤ ਰਹੀ ਹੈ, ਐਸਾ ਹੀ ਹੁਕਮ ਹੈ। ਮੈਨੂੰ ਹੁਕਮ ਸੀ ਅਕਾਲ ਦਾ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਮੈਂ ਤਾਂ ਆ ਜਗਤ ਦਾ ਤਮਾਸ਼ਾ। ਕੌਣ ਕਹਿ ਸਕਦਾ ਐਡੇ ਯੁੱਧ ਨੂੰ? ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਨੇ। ਪਤਾ ਹੀ ਨਹੀਂ ਕਿੰਨੇ ਸਾਲ ਹੋ ਗਏ, 15-16 ਸਾਲ ਹੋ ਗਿਆ, ਧਾਰਨਾ ਹੀ ਨਹੀਂ ਪੜੀ ਹੈ। मैं हूँ परम पुरख को दासा, 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 मैं हूँ परम पुरख को, मैं हूँ परम पुरख को दासा, 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 परम पुरख को दासा, मैं हूँ परम पुरख को दासा। देखने आयो जगत तमाशा, 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 आयो जगत तमाशा, देखने आयो जगत तमाशा। मैं हूँ परम पुरख को दासा, 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 परम पुरख को दासा, मैं हूँ परम पुरख को दासा। मैं हूँ परम पुरख को दासा, देखन आयो जगत तमाशा, मैं जगत का तमाशा देख रहा भाई दया सिंह। ਇਹ ਕੌਣ ਕਹਿ ਸਕਦਾ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਐਸੇ ਅਵਤਾਰ ਹੋਏ ਨੇ। ਫਿਰ ਤੀਸਰੇ ਦਿਨ ਮਹਾਰਾਜ ਕਹਿੰਦੇ ਕੱਲ ਨੂੰ ਹੁਣ ਅਸੀਂ ਜੰਗ ਵਿੱਚ ਜੂਝਾਂਗੇ ਜਾ ਕੇ। ਕਹਿੰਦੇ ਭਗਵਾਨ ਹੇ ਅਕਾਲ ਪੁਰਖ ਮਹਾਰਾਜ, ਅਸੀਂ ਅਗਰ ਹਜੂਰ ਦਾ ਸਰੀਰ ਰਹਿ ਜੇ, ਤੁਸੀਂ ਸਾਡੇ ਵਰਗੇ ਲੱਖਾਂ ਸਿੰਘ ਸਾਜ ਸਕਦੇ ਹੋ, ਪਰ ਅਸੀਂ ਲੱਖਾਂ ਕੀ ਕਰੋੜਾਂ ਰਲ ਕੇ ਵੀ ਅਸੀਂ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਪੈਦਾ ਕਰ ਸਕਦੇ, ਨਹੀਂ ਬਣਾ ਸਕਦੇ। ਮਹਾਰਾਜ ਕਹਿੰਦੇ ਫਿਰ ਕਹਿੰਦੇ ਮਹਾਰਾਜ ਅਸੀਂ ਟਿਕਦੇ ਆ ਇੱਥੇ, ਤੁਸੀਂ ਗੜੀ ਛੱਡ ਕੇ ਲੰਘ ਜਾਓ। ਮਹਾਰਾਜ ਕਹਿੰਦੇ ਮੈਨੂੰ ਜਮਾਨਾ ਕਹਿਰ ਕਹੇ। ਉਸ ਵੇਲੇ ਫਿਰ ਮਹਾਰਾਜ ਗੁਰੂ ਦਸ਼ਮੇਸ਼ ਪਾਤਸ਼ਾਹ ਫਿਰ ਕਹਿੰਦੇ ਹੁਣ ਅਰਦਾਸ ਖਾਲਸਾ ਪੰਥ ਕਰੂਗਾ, ਖਾਲਸਾ ਪੰਥ ਅਰਦਾਸ ਕਰੇਗਾ। ਅਰਦਾਸ ਕੀ ਕੀਤੀ ਹੈ? ਪੰਥ ਦਾ ਹੁਕਮ ਹੈ। ਅੱਧੀ ਰਾਤ ਦੇ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੜੀ ਛੱਡ ਕੇ ਚਲੇ ਜਾਣ। ਮਹਾਰਾਜ ਕਹਿੰਦੇ ਕੋਈ ਨਾ, ਜੀ ਪੰਥ ਦਾ ਐਸਾ ਹੁਕਮ ਹੈ ਮੈਂ ਇਹ ਵੀ ਮੰਨਣ ਨੂੰ ਤਿਆਰ ਹਾਂ। ਫਿਰ ਰਾਤ ਨੂੰ ਤਾੜੀ ਮਾਰ ਕੇ ਗੁਰਦੁਆਰਾ ਤਾੜੀ ਸਾਹਿਬ, ਉੱਥੇ ਕੱਚੀ ਗੜੀ ਬਾਹਰ ਮਹਾਰਾਜ ਆਏ ਨੇ। ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਮਹਾਰਾਜ ਦੇ ਸਰੀਰ ਪਏ ਨੇ। ਭਾਈ ਦਇਆ ਸਿੰਘ ਜੀ ਕਹਿੰਦੇ ਮਹਾਰਾਜ 2 ਗਜ ਕੱਪੜਾ ਹੀ ਪਾ ਦਈਏ। ਮਹਾਰਾਜ ਕਹਿਣ ਲੱਗੇ
ਆ ਸਿੰਘ ਵੀ ਸਾਰੇ ਮੈਨੂੰ ਕੋਈ ਫਰਕ ਨਹੀਂ ਹੈ ਵੀ ਪੁੱਤਰ ਹੋਰ ਸਮਝੇ ਤੇ ਸਿੰਘ ਹੋਰ ਸਮਝੇ। ਪੁੱਛਦੀ ਸੀ ਗੜੀ ਚਮਕੌਰ ਦੀ ਦਤਾਰ ਨੂੰ, ਸੀਨੇ ਕਿਉਂ ਨਹੀਂ ਲਾਇਆ ਤੈਂ ਅਜੀਤ ਤੇ ਜੁਝਾਰ ਨੂੰ। ਸੋਚਨੀਆਂ ਹੋਣਾ ਤੇਰਾ ਜਿਗਰਾ ਪਹਾੜ ਦਾ, ਹੱਥੀਂ ਲਾਏ ਬਾਗ ਨੂੰ ਤੇ ਕਿਹੜਾ ਹੈ ਉਜਾੜਦਾ। ਕਿਹੜਾ ਕਰੋ ਮੋੜਦਾ ਹੈ ਆਈ ਹੋਈ ਬਹਾਰ ਨੂੰ। ਪੁੱਛਦੀ ਸੀ ਗੜੀ ਚਮਕੌਰ ਦੀ ਦਤਾਰ ਨੂੰ, ਕਲਗੀ ਜਗ੍ਹਾ ਤੇ ਰੇਸ਼ਮੀ ਬਾਣਾ। ਉਹ ਵੀ ਭਾਈ ਸੰਗਤ ਸਿੰਘ ਦਾ ਚਿਹਰਾ ਮੋਹਰਾ ਮਹਾਰਾਜ ਦੇ ਨਾਲ ਰਲਦਾ ਮਿਲਦਾ ਸੀ। ਉਹਨੂੰ ਉੱਥੇ ਹੀ ਬਿਠਾ ਕੇ ਸਿਰ ਤੇ ਕਲਗੀ ਜਗ੍ਹਾ ਹੈ ਨਹੀਂ, ਹੱਥ ਤੇ ਬਾਜ ਹੈ ਨਹੀਂ। ਇੱਕ ਸ਼ਾਇਰ ਕਹਿੰਦਾ ਇਹ ਕੌਣ ਜਾ ਰਿਹਾ? ਕਹਿੰਦੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਾ ਰਹੇ ਨੇ। ਕਹਿੰਦੇ ਉਹ ਤਾਂ ਸੈਂਕੜੇ ਸਿੰਘਾਂ ਨੂੰ ਨਾਲ ਲੈ ਕੇ ਤੁਰਦੇ ਸੀ। ਉਹ ਕੋਈ ਰਾਹੀ ਤੁਰਿਆ ਜਾਂਦਾ ਬਹੁਤ ਅਨੋਖਾ ਹੈ। 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 ਵਿਖੜੇ ਰਸਤੇ ਪੈ ਗਿਆ ਕਾਤੋਂ ਪੁੱਲ ਭੁਲਾ ਕੇ। 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 ਉਹ ਜੀ ਨੂੰ ਲੋਕ ਪਿਆਰਾ ਕਲਗੀਆਂ ਵਾਲਾ ਕਹਿੰਦੇ ਨੇ, ਕਹਿੰਦੇ ਨੇ। ਜੀ ਨੂੰ ਲੋਕ ਪਿਆਰਾ ਕਲਗੀਆਂ ਵਾਲਾ ਕਹਿੰਦੇ ਨੇ। ਜੀ ਨੂੰ ਲੋਕ ਪਿਆਰਾ ਕਲਗੀਆਂ ਵਾਲਾ ਕਹਿੰਦੇ ਨੇ। ਜੀ ਨੂੰ ਲੋਕ ਪਿਆਰਾ ਕਲਗੀਆਂ ਵਾਲਾ ਕਹਿੰਦੇ ਨੇ। ਐ ਪਰ ਕਲਗੀ ਹੈ ਨੀ ਕਿਤੇ ਆ ਗਿਆ ਲਾ ਕੇ। ਐ ਪਰ ਕਲਗੀ ਹੈ ਨੀ ਕਿਤੇ ਆ ਗਿਆ ਲਾ ਕੇ। ਐ ਪਰ ਕਲਗੀ ਹੈ ਨੀ ਕਿੱਥੇ ਆ ਗਿਆ ਲਾ ਕੇ। ਐ ਪਰ ਕਲਗੀ ਹੈ ਨੀ ਕਿੱਥੇ ਆ ਗਿਆ ਲਾ ਕੇ। 1.25 ਲੱਖ ਦਾ ਜੀ ਦੇ ਸੀਸ ਚੰਦੋਆ ਝੁਲਦਾ ਸੀ। 1.25 ਲੱਖ ਦਾ ਜੀ ਦੇ ਸੀਸ ਚੰਦੋਆ ਝੁਲਦਾ ਸੀ। 1.25 ਲੱਖ ਦਾ ਜੀ ਦੇ ਸੀਸ ਚੰਦੋਆ ਝੁਲਦਾ ਸੀ। 1.25 ਲੱਖ ਦਾ ਜੀ ਦੇ ਸੀਸ ਚੰਦੋਆ ਝੁਲਦਾ ਸੀ। ਉਹ ਬਹਿੰਦੇ ਤਖਤਾਂ ਤੇ ਸੀ ਸ਼ਾਹੀ ਪੁਸ਼ਾਕਾਂ ਪਾ ਕੇ। ਬਹਿੰਦੇ ਤਖਤਾਂ ਤੇ ਸੀ ਸ਼ਾਹੀ ਪੁਸ਼ਾਕਾਂ ਪਾ ਕੇ। ਬਹਿੰਦੇ ਤਖਤਾਂ ਤੇ ਸੀ ਸ਼ਾਹੀ ਪੋਸ਼ਾਕਾਂ ਪਾ ਕੇ। ਬਹਿੰਦੇ ਤਖਤਾਂ ਤੇ ਸੀ ਸ਼ਾਹੀ ਪੋਸ਼ਾਕਾਂ ਪਾ ਕੇ। ਉਸ ਵੇਲੇ ਉਹ ਮੁਸਾਫਿਰ ਪੁੱਛਦਾ ਇਹ ਕੌਣ ਨੇ? ਕਹਿੰਦੇ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਕਹਿੰਦੇ ਉਹਨਾਂ ਦੀ ਤਾਂ ਕਲਗੀ ਜਗ੍ਹਾ ਲੱਗੀ ਹੁੰਦੀ ਸੀ। ਉਹ ਸ਼ਾਹੀ ਪੁਸ਼ਾਕਾਂ ਅੱਜ ਇਹ ਬੇਤਾਜ ਬਾਦਸ਼ਾਹ। ਕਹਿੰਦੇ ਤੈਨੂੰ ਦੱਸਾਂ ਇਹ ਜਰਨੈਲ ਨਿਕਲਿਆ ਰਾਤ ਘੜੀ ਚਮਕੌਰ ਚੋਂ। 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 40 ਯੋਧੇ ਆਏ
10 ਲੱਖ ਨਾਲ ਲੜਾ ਕੇ ਉਹ 40 ਯੋਧੇ ਆਏ 10 ਲੱਖ ਨਾਲ ਲੜਾ ਕੇ 40 ਯੋਧੇ ਆਇਆ 10 ਲੱਖ ਨਾਲ ਲੜਾ ਕੇ 40 ਯੋਧੇ ਆਇਆ 10 ਲੱਖ ਨਾਲ ਲੜਾ ਕੇ ਉਹ ਕੋਈ ਰਾਹੀ ਤੁਰਿਆ ਜਾਂਦਾ ਬਹੁਤ ਅਨੋਖਾ ਹੈ ਵਿਖੜੇ ਰਸਤੇ ਪੈ ਗਿਆ ਕਾਤੋਂ ਭੁੱਲ ਭੁਲਾ ਕੇ ਜਿਹਨੂੰ ਲੋਕ ਪਿਆਰਾ ਕਲਗੀਆਂ ਵਾਲਾ ਕਹਿੰਦੇ ਨੇ ਇਹ ਪਰ ਕਲਗੀ ਹੈ ਨਹੀਂ ਕਿੱਥੇ ਆ ਗਿਆ ਲਾ ਕੇ 1.25 ਲੱਖ ਦਾ ਜਿਹਦੇ ਸੀਸ ਚੰਦੋਆ ਝੁਲਦਾ ਸੀ ਬਹਿੰਦੇ ਤਖਤਾਂ ਤੇ ਸੀ ਸ਼ਾਹੀ ਪੁਸ਼ਾਕਾਂ ਪਾ ਕੇ ਪਰ ਅੱਜ ਇਹ ਜਰਨੈਲ ਨਿਕਲਿਆ ਰਾਤ ਗੜੀ ਚਮਕੌਰ ਚੋਂ 40 ਯੋਧੇ ਆਏ 10 ਲੱਖ ਨਾਲ ਲੜਾ तो 40 योधे ऐसा युद्ध नहीं होया संसार ते उथों महाराज फिर माछीवाड़े दे जंगलां वल और उधर साहिबजादे गंगू वो माया ते ईमान नाल बेलागी बेईमान हो गया मरिंडे जाके शिकायत करती शिकायत कीती साहिबजादियां नूं फिर लेके गए पहला मरिंडे उतों सूबे सरहंद दे रथ ते बिठा के मरिंडे तो जद सूबे सरहंद दे लई जांदे ने जद ओदे मनारे दिसे तो कहन लगे ये मनारे साहिबजादे पुछदे ने माता जी पहला भी आराम करना है शहरे वस्तुआं लिखदे ने अंदरों कोई आवाज आउंदी है तो फिर की आख्या सी माता जी ने ऐ बच्चों बेले बीत गए सुखां दे नाल सौण दे दुखा ने लगाइया जड़ियां बेले बीत गए सुखा दे नाल सौण दे दुखा ने लगाइया जड़ियां वेले बीत गए सुखां दे नाल सौण दे दुखां ने लगाइया जड़ियां वेले बीत गए सुखां दे नाल सौण दे दुखां ने लगाइया चढ़ियां दुखां ने लगाइया चढ़ियां वेले बीत गए सुखां दे नाल सौण दे दुखां ने लगाइया चढ़ियां लाल जी दुखां ने लगाइया चढ़ियां बच्चियों दुखां ने लगाइया जड़ियां लाल जी दुखां ने लगाइया जड़ियां ओ दुखां ने लगाइया जड़ियां लाल जी दुखां ने लगाइया जड़ियां बच्चियों दुखां ने लगाइया जड़ियां ओ मेले बीत गए सुखां दे नाल सौण दे सुखां दे नाल सौण दे दुखां ने लगाइया जड़ियां मेले बीत गए सुखां दे नाल सौण दे दुखां ने लगाइया जड़ियां वेले बीत गए सुखां दे नाल सौण दे दुखां ने लगाइया चढ़ियां वेले बीत गए सुखां दे नाल सौण दे दुखां ने लगाइया चढ़ियां उतों फिर सूबे सरहंद वाल नूं मरिंडे तो तोरिया जिस वेले रथ विच बैठे आउंदे ने तन माता गुजरी साहिब तेरे ते की नहीं गुजरी पहला तन गुरु तेग बहादुर महाराज कौन अपराध संत है की किमें चांदनी चौक दे अंदर शहीद किया गया हुण पता है माता जी नूं सारा क्योंकि वह गुरु गोबिंद सिंह दी माता है ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਿੱਤਾ ਨਾਮ ਜਪਦੇ ਨੇ ਆਉਣ ਵਾਲੇ ਸਮੇਂ ਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਬੋਲੋ ਸਤਨਾਮ ਉਹ ਮਾਤਾ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪ੍ਰਕਾਸ਼ ਦਿੱਤਾ ਹੈ ਕੀ ਨਹੀਂ ਪਤਾ तो साहिबजादे
ਪੁੱਛਦੇ ਨੇ ਧੰਨ ਬਾਬਾ ਜੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ, ਮਹਾਂਪੁਰਸ਼ਾਂ ਤੋਂ ਵੀ ਆਪ ਨੇ ਸੁਣਿਆ, ਪਰ ਇਹ ਤਾਂ ਨਵੇਂ ਤੋਂ ਨਵਾਂ ਰਸ ਹੁੰਦਾ, ਕਥਾ ਦਾ ਰੋਜ਼ ਸੁਣਾਈ ਜਾਏਗੀ ਚਾਹੇ। ਤੋ ਉਸ ਵੇਲੇ ਮਾਤਾ ਜੀ ਉਹ ਸਾਹਮਣੇ ਕੀ ਆਪਾਂ ਆਨੰਦਪੁਰ ਸਾਹਿਬ ਨੂੰ ਜਾ ਰਹੇ ਹਾਂ, ਉਹ ਆਨੰਦਗੜ੍ਹ ਦੇ ਕਿਲੇ ਦੀਆਂ ਅਟਾਰੀਆਂ ਦੀਂਦੀਆਂ ਨੇ ਮਹਾਰਾਜ ਕਿ ਅਸੀਂ ਹੁਣ ਆਪਦੇ ਵੱਡੇ ਵੀਰਾਂ ਨੂੰ ਮਿਲਾਂਗੇ ਜਾ ਕੇ, ਕਿ ਸਾਡਾ ਮਲਾਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ ਦੇ ਨਾਲ ਹੋਵੇਗਾ। ਮਾਤਾ ਜੀ ਕਹਿੰਦੇ ਬੱਚਿਓ ਹੁਣ ਆਨੰਦਪੁਰ ਨਹੀਂ ਜਾਣਾ, ਨਾ ਤੁਸੀਂ ਜਾਣਾ ਤੇ ਨਾ ਮੈਂ ਜਾਣਾ, ਇਹ ਤਾਂ ਦੀਦੀਆਂ ਸਰਹੰਦ ਦੀਆਂ ਟਾਰੀਆਂ, ਆਨੰਦਪੁਰ ਦੂਰ ਰਹਿ ਗਿਆ, ਇਹ ਤਾਂ ਦੀਦੀਆਂ ਸਰਹੰਦ ਦੀਆਂ ਟਾਰੀਆਂ ਜੀ, ਆਨੰਦਪੁਰ ਦੂਰ ਰਹਿ ਗਿਆ, ਇਹ ਤਾਂ ਦੀਦੀਆਂ ਸਰਹੰਦ ਦੀਆਂ ਆਨੰਦਪੁਰ ਦੂਰ ਰਹਿ ਗਿਆ, ਆਨੰਦਪੁਰ ਦੂਰ ਰਹਿ ਗਿਆ। ਨੀਂਦੀਆਂ ਸਰਹੰਦ ਦੀਆਂ ਟਾਰੀਆਂ, ਆਨੰਦਪੁਰ ਦੂਰ ਰਹਿ ਗਿਆ, ਇਹ ਤਾਂ ਦੀਂਦੀਆਂ ਸਰਹੰਦ ਦੀਆਂ ਟਾਰੀਆਂ ਜੀ, ਆਨੰਦਪੁਰ ਦੂਰ ਰਹਿ ਗਿਆ, ਇਹ ਤਾਂ ਦੀਂਦੀਆਂ ਸਰਹੰਦ ਦੀਆਂ ਆਨੰਦਪੁਰ ਦੂਰ ਰਹਿ ਗਿਆ, ਆਨੰਦਪੁਰ ਦੂਰ ਰਹਿ ਗਿਆ। ਇਹ ਤਾਂ ਨੀਂਦੀਆਂ ਸਰਹੰਦ ਦੀਆਂ ਟਾਰੀਆਂ, ਆਨੰਦਪੁਰ ਦੂਰ ਰਹਿ ਗਿਆ ਹੈ, ਦੂਰ ਰਹਿ ਗਿਆ ਬੱਚਿਓ। ਫਿਰ ਉੱਥੇ ਆਓ, ਸਾਹਿਬਜ਼ਾਦੀ ਮਾਤਾ ਗੁਜਰੀ ਸਾਹਿਬ ਠੰਡੇ ਬੁਰਜ ਦੇ ਅੰਦਰ, ਸੂਬੇ ਦੀ ਕਚਹਿਰੀ ਪਹਿਲੇ ਦਿਨ, ਦੂਏ ਦਿਨ ਕੀ ਆਖਦਾ, ਕਹਿੰਦੇ ਮੰਨੋ ਈਨ ਪੜੋ ਕਲਮੇ ਕੁਰਾਨ ਦੇ, ਤੁਹਾਨੂੰ ਹੋਰਾਂ ਦੇ ਟੋਲੇ ਦਿੱਤੇ ਜਾਣਗੇ, ਪਰ ਤੁਸੀਂ ਈਨ ਮੰਨ ਲਓ, ਕੁਰਾਨ ਦੇ ਕਲਮੇ ਪੜੋ। ਕਹਿੰਦੇ ਨਹੀਂ, ਸਾਨੂੰ ਮਨਜ਼ੂਰ ਨਹੀਂ ਹੈ। ਧੰਨ ਮੋਤੀ ਮਹਿਰਾ, ਧੰਨ ਬਾਬਾ ਮੋਤੀ ਮਹਿਰਾ ਜੀ ਮਹਾਰਾਜ, ਧੰਨ ਮੋਤੀ ਤੇ ਪੁੰਨ ਕਮਾਇਆ, ਗੁਰ ਲਾਲਾ ਨਹੀਂ ਦੁੱਧ ਪਿਲਾਇਆ, ਸਾਰਾ ਪਰਿਵਾਰ ਕੋਲੋਂ ਤੁਸੀਂ ਪੀੜ ਦਿੱਤਾ, ਇੱਕ ਦੁੱਧ ਪਿਲਾਉਣ ਦੇ ਬਦਲੇ। ਪਰ ਐਸੀ ਖੇਡ 30 ਦਿਨ ਮਾਤਾ ਜੀ ਨੂੰ ਫਿਰ ਪਤਾ ਹੈ ਵੀ ਅੱਜ ਦੇ ਗਿਆਨ ਨੇ ਵਾਪਸ ਨਹੀਂ ਆਉਣਾ। ਫਿਰ ਉੱਥੇ ਕੀ ਸ਼ਹਿਰ ਲਿਖਦਾ ਹੈ, ਕੀ ਆਖਦਾ ਹੈ, ਛੇਤੀ ਆ ਜਾ ਜੀਤਨ ਰਾਣੀਏ, ਲੈ ਕੇ ਦਰਗਾਹ ਚੋਂ ਮਿੰਟ ਉਧਾਰੇ। ਕੌਣ ਤੋ ਐਸੀ ਖੇਡ। ਫਿਰ ਮਾਤਾ ਗੁਜਰੀ ਸਾਹਿਬ ਸਾਰੀ ਰਾਤ ਪ੍ਰਸੰਗ ਸੁਣਾਉਂਦੇ ਰਹੇ ਲਾਹੌਰ ਦਾ ਤੇ ਚਾਂਦਨੀ ਚੌਂਕ ਦਾ। ਕਹਿੰਦੇ ਮਾਤਾ ਅਸੀਂ ਵੀ ਤੇਰੇ ਪੋਤਰੇ ਆ, ਅਸੀਂ ਵੀ ਉਸੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪੋਤਰੇ ਆ। ਵਾ ਜਾ ਕੇ ਫਿਰ ਕਹਿੰਦੇ ਜੇ ਨਹੀਂ ਮੰਨਦੇ ਆਪ ਨੀਹਾਂ ਚ ਚਿਣ ਦਿੱਤੇ ਜਾਓਗੇ। ਕਹਿੰਦੇ ਕੋਈ ਪਰਵਾਹ ਨਹੀਂ ਹੈ। ਧੰਨ ਬਾਬਾ ਜੋਰਾਵਰ ਸਿੰਘ ਮਹਾਰਾਜ, ਧੰਨ ਬਾਬਾ ਫਤਿਹ ਸਿੰਘ ਜੀ। ਫਤਿਹ ਸਿੰਘ ਜੀ ਕਹਿੰਦੇ ਵੀਰ ਹੁਣ ਪਹਿਲਾਂ ਮੈਂ ਚਲੇ ਜਾਣਾ ਹੈ। ਕਹਿੰਦੇ ਕੋਈ ਨਾ ਵੀਰ, ਮੈਂ ਵੀ ਬਾਲੀ ਦੇਰ ਨਹੀਂ, ਮੈਂ ਵੀ ਤੇਰੇ ਨਾਲ ਹੀ ਆਇਆ। ਜਦ ਪਹਿਲਾਂ ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ, ਉਹਨਾਂ ਦੇ ਗੋਡੇ ਕੋਲੇ ਕੰਧ ਆਈ।
ਉਹ ਜਲਾਦ ਇੱਟ ਭੰਨਣ ਲੱਗਿਆ। ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ ਕਹਿੰਦੇ ਇਹ ਖਾਲਸੇ ਪੰਥ ਦੀ ਨੀਂਹ ਹੈ, ਚ ਭੰਨੀ ਹੋਈ ਇੱਟ ਨਹੀਂ। ਕਹਿੰਦੇ ਜੇ ਕੰਧ ਬੀਗੀ ਹੁੰਦੀ ਹੈ ਮੇਰੀ ਚਪਣੀ ਲਾ ਦੇ, ਬੋਲੋ ਸਤਨਾਮ। ਤੂੰ ਤਾਂ ਭੰਨ ਦੇ ਜਲਾਦਾ ਮੇਰੀ ਚਪਣੀ, ਕੱਚੀ ਇੱਟ ਕਾਹਨੂੰ ਭੰਨਦਾ। ਉਹ ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ ਕਰਕੇ ਫਤਿਹ ਸਿੰਘ ਚੱਲਿਆ। ਖਾਲਸੇ ਪੰਥ ਦੀਆਂ ਪੱਕੀਆਂ ਕਰਕੇ ਫਤਿਹ ਸਿੰਘ ਚੱਲਿਆ। ਖਾਲਸੇ ਪੰਥ ਦੀਆਂ ਫਤਿਹ ਸਿੰਘ ਚੱਲਿਆ। ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ ਕਰਕੇ ਫਤਿਹ ਸਿੰਘ ਚੱਲਿਆ। ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ ਕਰਕੇ ਫਤਿਹ ਸਿੰਘ ਚੱਲਿਆ। ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ ਕਰਕੇ ਫਤਿਹ ਸਿੰਘ ਚੱਲਿਆ। ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ ਕਰਕੇ ਫਤਿਹ ਸਿੰਘ ਚੱਲਿਆ। ਖਾਲਸੇ ਪੰਥ ਦੀਆਂ ਪੱਕੀਆਂ ਕਰਕੇ ਫਤਿਹ ਸਿੰਘ ਚੱਲਿਆ। ਖਾਲਸੇ ਪੰਥ ਦੀਆਂ ਪੱਕੀਆਂ ਕਰਕੇ ਫਤਿਹ ਸਿੰਘ ਚੱਲਿਆ। ਪੱਕੀਆਂ ਕਰਕੇ ਫਤਿਹ ਸਿੰਘ ਚੱਲਿਆ। ਕਰਕੇ ਫਤਿਹ ਸਿੰਘ ਚੱਲਿਆ। ਪੱਕੀਆਂ ਕਰਕੇ ਫਤਿਹ ਸਿੰਘ ਚੱਲਿਆ। ਕਰਕੇ ਫਤਿਹ ਸਿੰਘ ਚੱਲਿਆ। ਪੱਕੀਆਂ 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 ਕਰਕੇ ਫਤਿਹ ਸਿੰਘ ਚੱਲਿਆ। ਕਰਕੇ ਫਤਿਹ ਸਿੰਘ ਚੱਲਿਆ। ਪੱਕੀਆਂ ਕਰਕੇ ਫਤਿਹ ਸਿੰਘ ਚੱਲਿਆ। ਨੀਹਾਂ ਖਾਲਸੇ ਪੰਥ ਪੱਕੀਆਂ ਕਰਕੇ ਫਤਿਹ ਸਿੰਘ ਚੱਲਿਆ। ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ ਕਰਕੇ ਫਤਿਹ ਸਿੰਘ ਚੱਲਿਆ। ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ ਕਰਕੇ ਫਤਿਹ ਸਿੰਘ ਚੱਲਿਆ। ਹਾਂ ਖਾਲਸੇ ਪੰਥ ਦੀਆਂ ਪੱਕੀਆਂ ਕਰਕੇ ਫਤਿਹ ਸਿੰਘ ਚੱਲਿਆ। ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ ਕਰਕੇ ਫਤਿਹ ਸਿੰਘ ਚੱਲਿਆ। ਪੱਕੀਆਂ ਕਰਕੇ ਫਤਿਹ ਸਿੰਘ ਚੱਲਿਆ। ਉਸ ਵੇਲੇ ਉਹ ਕੰਧ ਵੀ ਉਹ ਜ਼ੁਲਮ ਨਹੀਂ ਚੱਲ ਸਕੀ। ਮਹਾਂਪੁਰਸ਼ਾਂ ਨੇ ਦੱਸਿਆ ਕਿ ਕਿਵੇਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਵਸੇ ਰਸਨਾ ਤੋਂ ਗੱਲ ਬਹੁਤ ਔਖਾ ਬਰਾਗ ਦਾ ਇਤਿਹਾਸ ਸੁਣਾਉਣਾ। तो फिर किवें ਉਹ ਧਰਤੀ ਖੜਮੀਆਂ ਮੋਹਰਾਂ ਟੋਡਰਮਲ ਜੀ ਨੇ ਕਿਵੇਂ ਉੱਥੇ ਸੰਸਕਾਰ ਕੀਤੇ। ਲੱਭੇ ਨਹੀਂ ਚਾਰ ਬੰਦੇ ਲਿਜਾਣ। ਐਸਾ ਸਮਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ ਤੇ ਫਰਜ਼ੰਦਾਂ ਤੇ ਆਇਆ। ਔਰ ਉਧਰ ਦਸ਼ਮੇਸ਼ ਫਿਰ ਮਾਛੀਵਾੜੇ ਤੋਂ ਚਮਕੌਰ ਸਾਹਿਬ ਤੋਂ ਬਹਿਲੋਲ ਕਿੰਨੇ ਨਗਰਾਂ ਵਿੱਚ ਦੀ ਹੁੰਦੇ ਹੋਏ ਕਿੱਥੇ ਪਹੁੰਚ ਗਏ ਮਾਛੀਵਾੜੇ। ਚਰਨਾਂ ਦੇ ਅੰਦਰ ਪੈਰੀ ਦੀਂਦਾ ਨਹੀਂ ਮਖਮਲੀ ਜੋੜਾ ਜਾਮੋ ਲੀਰੋ ਲੀਰ ਹੋ ਗਿਆ। ਉੱਥੇ ਦੇਵਤਿਆਂ ਨੇ ਵੀ ਆ ਕੇ ਸੇਵਾ ਮੰਗੀ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦੇ ਓਡਣ ਨਾਗ ਨਿਵਾਸਾਂ ਦੀ ਰਹਿਣਾ। ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ 70 ਪੀ ਚੰਗਾ। ਉਸ ਵੇਲੇ ਜੰਗਲਾਂ ਦੇ ਪੰਛੀ ਵੀ ਦੁੱਖ ਦੇਖ ਪਿਆਰੇ ਦਾ ਜਿੰਦੜੀਏ ਜੰਗਲਾਂ ਦੇ ਪੰਛੀ ਰੋਂਦੇ। ਦੁੱਖ ਦੇਖ ਪਿਆਰੇ ਦਾ ਜਿੰਦੜੀਏ ਜੰਗਲਾਂ ਦੇ ਪੰਛੀ ਰੋਂਦੇ। ਦੁੱਖ ਦੇਖ ਪਿਆਰੇ ਦਾ ਜਿੰਦੜੀਏ ਜੰਗਲਾਂ ਦੇ ਪੰਛੀ। ਦੁੱਖ ਦੇਖ ਪਿਆਰੇ ਦਾ ਜਿੰਦੜੀਏ ਜੰਗਲਾਂ ਦੇ ਪੰਛੀ ਰੋਵੇ। ਦੇਖ ਪਿਆਰੇ ਦਾ ਜਿੰਦੜੀਏ ਜੰਗਲਾਂ ਦੇ ਪੰਛੀ ਰੋਵੇ।
ਦੇਖ ਪਿਆਰੇ ਦਾ ਜਿੰਦੜੀਏ ਜੰਗਲਾਂ ਦੇ ਪੰਛੀ ਰੋਵੇ ਜੰਗਲਾਂ ਦੇ ਪੰਛੀ ਰੋਂਦੇ ਜੰਗਲਾਂ ਦੇ ਪੰਛੀ ਰੋਂਦੇ ਜੰਗਲਾਂ ਦੇ ਪੰਛੀ ਰੋਂਦੇ ਜੰਗਲਾਂ ਦੇ ਪੰਛੀ ਰੋਂਦੇ ਉਹ ਜੰਗਲਾਂ ਦੇ ਪੰਛੀ ਰੋਂਦੇ ਜੰਗਲਾਂ ਦੇ ਪੰਛੀ ਰੋਂਦੇ ਜੰਗਲਾਂ ਦੇ ਪੰਛੀ ਰੋਂਦੇ ਦੁੱਖ ਦੇਖ ਪਿਆਰੇ ਦਾ ਜਿੰਦੜੀਏ ਜੰਗਲਾਂ ਦੇ ਪੰਛੀ ਰੋਂਦੇ ਦੁੱਖ ਦੇਖ ਪਿਆਰੇ ਦਾ ਜਿੰਦੜੀਏ ਜੰਗਲਾਂ ਦੇ ਪੰਛੀ ਰੋਂਦੇ ਦੁੱਖ ਦੇਖ ਪਿਆਰੇ ਦਾ ਜਿੰਦੜੀਏ ਜੰਗਲਾਂ ਦੇ ਪੰਛੀ ਰੋਂਦੇ ਦੇਖ ਪਿਆਰੇ ਦਾ ਜਿੰਦੜੀਏ ਜੰਗਲਾਂ ਦੇ ਪੰਛੀ ਰੋਂਦੇ ਦੇਖ ਪਿਆਰੇ ਦਾ ਜਿੰਦੜੀਏ ਜੰਗਲਾਂ ਦੇ ਪੰਛੀ ਰੋਂਦੇ ਦੁੱਖ ਦੇਖ ਪਿਆਰੇ ਦਾ ਜਿੰਦੜੀਏ ਜੰਗਲਾਂ ਦੇ ਪੰਛੀ ਰੋਂਦੇ ਉਸ ਪਿਆਰੇ ਦਾ ਦੁੱਖ ਦੇਖ ਕੇ ਜੰਗਲਾਂ ਦੇ ਪੰਛੀ ਵੀ ਤਾਹਾਂ ਮਾਰਦੇ ਸੀ। ਸੁਆਓ ਬੜੇ ਪ੍ਰੇਮ ਦੇ ਨਾਲ ਨਗਰ ਬਗੇਲ ਸਿੰਘ ਵਾਲਾ ਬਗੇਲੇ ਵਾਲਾ ਮਹਾਰਾਜ ਦੀ ਕਿਰਪਾ ਹੋਈ। ਮਹਾਂਪੁਰਸ਼ਾਂ ਨੇ ਦਾਸ ਨੂੰ ਸੰਤ ਬਾਬਾ ਗੁਰਜੀਤ ਸਿੰਘ ਜੀ ਨਾਨਕਸਰ ਉਹਨਾਂ ਨੇ ਹੁਕਮ ਕਰਿਆ। ਮਹਾਂਪੁਰਸ਼ਾਂ ਦਾ ਹੁਕਮ ਮੰਨਦੇ ਹੋਏ ਮੋਗਾ ਕਿੱਥੋਂ ਮੋਗੇ ਤੋਂ ਫਿਰ ਲੁਧਿਆਣਾ ਲੁਧਿਆਣੇ ਤੋਂ ਮਲੇਰਕੋਟਲਾ ਰੋਡ ਪੈ ਕੇ ਉੱਥੇ ਦੀਵਾਨ ਮਹਾਰਾਜ ਦੀ ਕਿਰਪਾ ਦੁਆਰਾ ਸਥਾਨ ਬਣਿਆ। ਮਹਾਂਪੁਰਸ਼ਾਂ ਦਾ ਹੁਕਮ ਮੰਨਦੇ ਹੋਏ ਕਿਉਂਕਿ ਸਤ ਵਚਨ ਸਾਧੂ ਉਪਦੇਸ਼ ਸਤ ਵਚਨ ਹੀ ਕਹਿਣਾ ਸਿੱਖ ਲਈਏ ਇਕੱਲਾ ਫਿਰ ਤਦੇ ਹੀ ਕਿਹਾ ਵੀ ਸਾਧਕ ਸੰਗ ਨਹੀਂ ਕਿਛ ਕਾਲ ਦਰਸ਼ਨ ਭੇਟਤ ਪਰ ਸਤ ਵਚਨ ਸੇਵਾ ਤੇ ਸਿਮਰਨ ਕਰਨ ਵਾਲੇ ਤੋਂ ਕਿਹਾ ਜਾਣਾ ਦੂਜੇ ਤੋਂ ਕਿਹਾ ਨਹੀਂ ਜਾਣਾ। ਸੇਵਾ ਤੇ ਸਿਮਰਨ ਕਰਨ ਵਾਲਾ ਸਤ ਵਚਨ ਕਹਿ ਸਕਦਾ ਦੂਆ ਕਿੱਥੇ ਕਹਿ ਸਕਦਾ। ਹੋ ਹੰਗਤਾ ਤੇ ਮੈਂ ਮਮਤਾ ਸਾਨੂੰ ਸਾਡੀ ਟਿਕਣ ਨਹੀਂ ਦਿੰਦੀ ਹੈ। ਬੜੀ ਸਰਦੀ ਦੇ ਅੰਦਰ ਆਪ ਸੰਗਤਾਂ ਨੇ ਲੰਗਰ ਵੀ ਚੱਲ ਰਿਹਾ ਹੈ ਔਰ ਦੀਵਾਨ ਵਿੱਚ ਵੀ ਹਾਜ਼ਰੀ ਭਰੀ ਹੈ। ਬੜੀ ਮਹਾਰਾਜ ਦੀ ਬਖਸ਼ਿਸ਼ ਹੈ। ਨਾਮ ਨਾਲ ਜੁੜੋ ਸਜਣੋ। ਸੁਬਾਹ ਸ਼ਾਮ ਬੈਠ ਕੇ ਬਾਬਾ ਜੀ ਮਹਾਰਾਜ ਪੁੱਛੋਂ ਵਾਲਿਆਂ ਨੇ ਉਹਨਾਂ ਦੀ ਵਰਸੀ ਹੈ 27 ਤਰੀਕ ਸਮਾਗਮ ਚੱਲ ਰਹੇ ਨੇ। ਉੱਥੇ ਦਾਸ ਵੀ ਹਾਜ਼ਰੀ ਪਹਿਲਾਂ ਬੇਨਤੀ ਕੀਤੀ ਹੈ ਭਰ ਕੇ ਆਏ ਹੈ। ਮਹਾਂਪੁਰਸ਼ਾਂ ਨੇ ਮੂਲ ਮੰਤਰ ਬਖਸ਼ਿਆ ਸੀ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੂੰ। ਉਹ ਜਪਣ ਦਾ ਪ੍ਰਤਾਪ ਦੇਖ ਲਓ ਕਿੰਨੀ ਸੰਗਤ ਕਰ ਰਹੀ ਹੈ। ਆਪਾਂ ਵੀ 1 ਘੰਟਾ ਸੁਬਾਹ 1 ਸ਼ਾਮ ਇੱਕ ਮਨ ਹੋ ਕੇ ਮੂਲ ਮੰਤਰ ਦਾ ਸਿਮਰਨ ਕਰਿਆ ਕਰੋ ਲੈ ਕੇ। ਫਿਰ ਸਿਮਰਨ ਕਰਨ ਦੇ ਕਿੰਨੇ ਫਾਇਦੇ ਸ਼੍ਰੀ ਸੁਖਮਨੀ ਸਾਹਿਬ ਵਿੱਚ ਮਹਾਰਾਜ ਨੇ ਦੱਸੇ ਨੇ ਉਹ ਸਾਰੇ ਸਾਡੇ ਤੇ ਲਾਗੂ ਹੋ ਜਾਣਗੇ ਜਦ ਅਸੀਂ ਨਾਮ ਜਪਾਂਗੇ। ਇੱਕ ਵੈਦ ਨੇ ਕਹਿੰਦੇ ਬਰ ਲੈ ਲਿਆ ਕੋਈ, ਉਹ ਕਹਿੰਦੇ ਤੇਰੀ ਦਵਾਈ ਅੰਦਰ ਚਲੀ ਜਾਵੇ ਉਹ ਬੰਦਾ ਮਰੇਗਾ ਨਹੀਂ। ਬੜੇ ਮਰੀਜ਼ ਆਏ ਠੀਕ ਹੋ ਜਾਇਆ ਕਰਨ। ਇੱਕ ਦਿਨ ਰਾਜੇ ਦਾ ਪੁੱਤਰ ਬਿਮਾਰ ਹੋ ਗਿਆ, ਉਹਨੇ ਦਵਾਈ ਦੇਤੀ, ਰਾਜੇ ਦਾ ਪੁੱਤਰ ਮਰ ਗਿਆ। ਉਹ ਕਹਿੰਦੇ ਤੈਨੂੰ ਸਜ਼ਾ ਦੇਣੀ ਹੈ ਤਾਂ ਆਖਿਆ ਸੀ। ਕਹਿੰਦੇ ਫਿਰ ਸਜ਼ਾ ਕੀ ਦੇਣੀ ਹੈ? ਕਹਿੰਦੇ ਮੈਨੂੰ ਪਹਿਲਾਂ ਮਹਾਂਪੁਰਸ਼ਾਂ ਨੂੰ ਮਿਲਾਓ। ਉਹ ਕਹਿੰਦੇ ਰਾਜੇ ਦੇ ਪੁੱਤਰ ਦੇ ਮੁਖ 'ਚ ਹੀ ਦਵਾਈ ਹੈ, ਅੰਦਰ ਨਹੀਂ ਗਈ ਹੈ। ਸਾਡੇ ਵੀ ਅੰਦਰ ਬਾਣੀ ਨਹੀਂ ਜਾਂਦੀ। ਜਿਤਨੇ ਬਾਣੀ ਸਾਡੇ ਅੰਦਰ ਹਿਰਦੇ 'ਚ ਪ੍ਰਵੇਸ਼ ਕਰ ਗਈ, ਗੁਰਮੁਖ ਜਾਪੋ ਹਿਰਦੇ ਰਾਮ ਸਿਮਰਨ ਚੱਲ ਪਿਆ, ਫਿਰ ਸਾਨੂੰ ਵੀ ਕੋਈ ਮੰਜ਼ਿਲ ਪ੍ਰਾਪਤ ਹੋ ਜਾਏਗੀ। ਤੋ ਆਓ ਪਹਿਲਾਂ ਬਾਬਾ ਗੁਰਚਰਨ ਸਿੰਘ ਜੀ ਤੋਂ ਪਹਿਲਾਂ ਰਾਗੀ ਸਿੰਘਾਂ ਨੇ ਕਿੰਨਾ ਪ੍ਰੇਮ 'ਚ ਕੀਰਤਨ ਕੀਤਾ। ਫਿਰ ਮਹਾਂਪੁਰਸ਼ਾਂ ਨੇ ਅੰਮ੍ਰਿਤਮਈ ਪ੍ਰਵਚਨ ਕੀਰਤਨ ਦੀ ਸੇਵਾ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ, ਬਖਸ਼ਦੇ ਰਹਿਣਾ। ਹੁਣ ਹਰ ਜਸ ਪੜ੍ਹ ਕੇ ਸਮਾਪਤੀ ਉਪਰੰਤ ਦੇਖ ਵਰਤੇਗੀ। ਹਰ ਹਰ ਜਸ ਗਾਇਓ ਜੀ ਮਿਲ ਕੇ ਸੰਤ ਜਨਾਂ। ਹਰ ਜਸ ਗਾਇਓ ਜੀ ਮਿਲ ਕੇ ਸੰਤ ਜਨਾਂ। ਹਰ ਹਰ ਜਸ ਗਾਇਓ ਜੀ ਮਿਲ ਕੇ ਸੰਤ ਜਨਾਂ। 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 ਹਰ ਜਸ ਗਾਇਓ ਜੀ ਮਿਲ ਕੇ ਸੰਤ ਜਨਾਂ।
ਹਰ ਜਸ ਗਾਇਓ ਜੀ ਮਿਲ ਕੇ ਸੰਤ ਜਨਾ ਸੰਤ ਜਨਾਂ ਮਿਲ ਹਰ ਜਸ ਗਾਇਓ ਕੋਟ ਜਨਮ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਹਰ ਹਰ ਜਸ ਗਾਇਓ ਜੀ ਮਿਲ ਕੇ ਸੰਤ ਜਨਾ ਹਰ ਹਰ ਜਸ ਗਾਇਓ ਜੀ ਮਿਲ ਕੇ ਸੰਤ ਜਨਾ ਜਸ ਗਾਇਓ ਜੀ ਮਿਲ ਕੇ ਸੰਤ ਜਨਾ ਹਰ ਹਰ ਜਸ ਗਾਇਓ ਜੀ ਮਿਲ ਕੇ ਸੰਤ ਜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ